राग गौड़ी पूर्वी महला पंजवा। किन बिद मिले गोसाई में राम राय, किन बिद मिले गोसाई मेरे राम राय। ਇਹ ਬਾਣੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਆਪਣੀ ਪਵਿੱਤਰ ਬਾਣੀ ਦੁਆਰਾ ਸਾਨੂੰ ਸਮਝਾ ਰਹੇ ਨੇ। ਕਿਰਨ ਵਿਦ ਮਿਲੇ ਗੁਸਾਈ ਮੇਰੇ ਰਾਮ ਰਾਏ। ਉਹ ਮਾਲਿਕ ਸਾਨੂੰ ਕਿਹੜੀਆਂ ਵਿਧੀਆਂ ਨਾਲ ਮਿਲ ਸਕਦਾ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈ। ਜਾਂ ਸਾਨੂੰ ਜਪ ਤਪ ਕੀਤਿਆਂ ਮਿਲੇਗਾ, ਇਸ਼ਨਾਨ ਕੀਤਿਆਂ ਮਿਲੇਗਾ, ਜੰਗਲ ਵਿੱਚ ਗਿਆ ਮਿਲੇਗਾ। ਤੇ ਉਹ ਸਾਨੂੰ ਦੱਸ ਦੇਣਾ ਸੀ ਬਾਣੀਆਂ ਵਿੱਚ ਗੁਰੂ ਸਾਹਿਬਾਂ ਨੇ ਕਿ ਸਾਨੂੰ ਜੰਗਲ ਵਿੱਚ ਗਿਆ ਮਿਲਿਆ। ਅਗਰ ਕਿਸੇ ਹੋਰ ਤਰੀਕੇ ਨਾਲ ਮਿਲਦਾ ਹੁੰਦਾ ਦੱਸ ਦੇਣਾ ਸੀ। ਗੁਰੂ ਸਾਹਿਬ ਨੂੰ ਜਿਸ ਤਰ੍ਹਾਂ ਮਿਲਿਆ ਉਹ ਗੁਸਾਈ ਕਿਸ ਤਰ੍ਹਾਂ ਮਿਲਿਆ, ਆਪ ਆਪਣੀ ਬਾਣੀ ਦੁਆਰਾ ਸਾਨੂੰ ਸਮਝਾਉਣਗੇ ਕਿ ਉਹ ਮਾਲਿਕ, ਉਹ ਵਾਹਿਗੁਰੂ ਅਕਾਲ ਪੁਰਖ ਜਿਹਦੇ ਪਾਸੋਂ ਅਸੀਂ ਵਿਛੜੇ ਹੋਏ ਹਾਂ, ਜਿਤਨਾ ਚਿਰ ਜਾ ਕੇ ਉਹਦੇ ਵਿੱਚ ਜਾ ਕੇ ਅਸੀਂ ਸਮਾਉਂਦੇ ਨਹੀਂ, ਆਪਣੇ ਸਤਨਾਮ ਸਮੁੰਦਰ ਵਿੱਚ ਇਤਨੀ ਦੇਰ ਅਸੀਂ ਇੱਥੇ ਸੁਖੀ ਨਹੀਂ ਹੋ ਸਕਦੇ। ਹੁਣ ਉਹ ਮਾਲਿਕ ਮਿਲੇ ਤੇ ਕਿਸ ਤਰ੍ਹਾਂ ਮਿਲੇ, ਕਿਹੜਾ ਤਰੀਕਾ ਹੈ। ਕਾਮਣ ਸੋ ਅੱਖਰ ਕਾਮਣ ਗੁਣ, ਕੌਣ ਸਾ ਮੜੀਆ ਮੰਤ, ਕੌਣ ਸਾ ਬੇਸੇ ਹਉ ਕਰੀ, ਜਿਸ ਵਸ ਆਵੀ ਕੰਤ। ਫਰੀਦ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿਹੜੇ ਅੱਖਰਾਂ ਨਾਲ, ਕਿਹੜੇ ਗੁਣਾਂ ਦੇ ਨਾਲ, ਕਿਹੜਾ ਮੈਂ ਭੇਸ ਬਣਾਵਾਂ ਕਿ ਉਹ ਮਾਲਕ ਮੈਨੂੰ ਮਿਲੇ। ਆਪ ਹੀ ਦੱਸਦੇ ਨੇ ਬਾਣੀ ਵਿੱਚ, ਆਪੇ ਹੀ ਸਵਾਲ ਕਰ ਰਹੇ ਨੇ ਔਰ ਆਪੇ ਹੀ ਜਵਾਬ ਦੇ ਰਹੇ ਨੇ। ਨਿਮਨ ਸੋ ਅੱਖਰ ਖੇਮਨ ਗੁਣ, ਜੀਭਾ ਮੜੀਆ ਮਨ, ਇਹ ਤ੍ਰੈ ਭੈਣੇ ਬੇਸ ਕਰ ਤਾਂ ਬਸ ਆਵੀ ਕੰਤ। ਇਹ ਤਿੰਨ ਗੁਣ ਸਾਡੇ ਵਿੱਚ ਹੋਣੇ ਚਾਹੀਦੇ ਆ ਉਸ ਮਾਲਕ ਨੂੰ ਮਿਲਣ ਵਾਸਤੇ। ਨਿਮਨ ਸੋ ਅੱਖਰ ਸਾਡੇ 'ਚ ਨਿਮਰਤਾ ਹੋਣੀ ਹੈ, ਖੇਮਨ ਗੁਣ ਸਾਡੇ 'ਚ ਖਿਮਾ ਹੋਣੀ ਚਾਹੀਦੀ ਹੈ, ਦਇਆ ਹੋਣੀ ਚਾਹੀਦੀ ਹੈ, ਜੀਭਾ ਮੜੀਆ ਮਨ, ਇਹ ਤ੍ਰੈ ਭੈਣੇ ਬੇਸ ਕਰ ਤਾਂ ਬਸ ਆਵੀ ਕੰਤ। ਹੁਣ ਗੁਰੂ ਸਾਹਿਬ ਜੀ ਦੱਸ ਰਹੇ ਹੈ ਕਿਹੜੀ ਵਿਧੀ ਨਾਲ ਮਿਲੇ, ਕਿਹੜੀ ਵਿਧੀ ਹੈ ਉਹ। ਪਲਟੂ ਸਾਹਿਬ ਜੀ ਮਹਾਰਾਜ ਦੱਸਦੇ ਨੇ, ਸਤਪੁਰੀ ਹਮ ਦੇਖਿਆ, ਦੇਖੇ ਚਾਰੋਂ धाम, ਦੇਖੇ ਚਾਰੋਂ धाम, ਸਭਨ ਮੈਂ ਪੱਥਰ ਔਰ ਪਾਣੀ। ਪਲਟੂ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਚੌਂ ਧਾਮਾਂ ਦਾ ਇਸ਼ਨਾਨ ਕੀਤੇ, ਸਾਰਿਆਂ ਵਿੱਚ ਪੱਥਰ ਔਰ ਪਾਣੀ ਮਿਲਿਆ ਮੈਨੂੰ। ਸਭਨ ਮੈਂ ਪੱਥਰ ਔਰ ਪਾਣੀ, ਕਰਮਣ ਕੇ ਬਸ ਪੜੇ ਮੁਕਤ ਕੀ ਰਾਹ ਪਲਾਣੀ। ਅਸੀਂ ਸਾਰੇ ਕਰਮਾਂ ਦੇ ਬਸ ਹੋ ਕੇ ਮੁਕਤੀ ਦੇ ਰਾਹ ਨੂੰ ਛੱਡ ਬੈਠੇ ਹਾਂ। ਚਲਤ ਚਲਤ ਪਬ ਥਕੇ, ਛੀਨ ਭਈ ਅਬ ਕਾਇਆ, ਕਾਮ ਕ੍ਰੋਧ ਨਾ ਮਿਟੇ, ਬੈਠ ਕੇ ਬਹੁਤ ਨਹਾਇਆ। ਪਲਟੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਚਲਦਿਆਂ ਚਲਦਿਆਂ ਸਾਡੇ ਪੈਰ ਵੀ ਥੱਕ ਗਏ, ਬਹੁਤ ਨਹਾਇਆ। ਚਲਤ ਚਲਤ ਪਗ ਥਕੇ, ਛੀਨ ਭਈ ਅਬ ਕਾਇਆ, ਕਾਮ ਕ੍ਰੋਧ ਨਾ ਮਿਟੇ, ਬੈਠ ਕੇ ਬਹੁਤ ਨਹਾਇਆ। ਕਹਿੰਦੇ ਬਹੁਤ ਅਸੀਂ ਇਸ਼ਨਾਨ ਕੀਤਾ, ਉਹ ਨਹੀਂ ਮਿਟਿਆ। ਸਾਡੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਗਏ, ਸਾਡੇ ਅੰਦਰੋਂ ਉਹ ਨਹੀਂ ਗਏ। ਛੀਨ ਭਈ ਅਬ ਕਾਇਆ, ऊपर डाला तोए, मैल दिल बीच समाना, पत्थर में भूल गए, संत का मर्म न जाना। कहते पत्थरां विच असीं भुल गए, बथेरा पानी पा के नहाए असीं, लेकिन सानू वो चीज़ नहीं मिली। पलटू नाहिक पंच मोए, संतन में है नाम, सतपुरी हम देखिया, देखे चारों धाम। कहते वो नाम कित्थे है, कित्थे है मालिक, किस पासों मिलेगा। वो संतां दे पास है, संतां दे पास जावांगे फिर सानू वो नाम दान मिलेगा। तो पंजवीं पातशाही इसी तरह सानू समझा रहे हैं किन विद मिले गुसाई।
ਕਿਹੜੀ ਵਿਧੀ ਨਾਲ ਸਾਨੂੰ ਉਹ ਮਾਲਕ ਮਿਲ ਸਕਦਾ ਹੈ, ਕਿਸ ਤਰ੍ਹਾਂ ਮਿਲੇਗਾ। ਇੱਕ ਤੁਕ ਵਿੱਚ ਉਹ ਸਵਾਲ ਕਰ ਰਹੇ ਨੇ, ਦੂਸਰੀ ਤੁਕ ਵਿੱਚ ਆਪ ਹੀ ਉਹ ਜਵਾਬ ਦਿੰਦੇ ਨੇ। ਗੁਰੂ ਸਾਹਿਬ ਜੀ ਅਗਲੀ ਤੁਕ ਵਿੱਚ ਦੱਸਣਗੇ ਕਿ ਸਾਨੂੰ ਕਿਸ ਤਰ੍ਹਾਂ ਮਿਲੇਗਾ। ਹਾਂਜੀ। किन विध मिले गोसाई मेरे राम राय, किन विध मिले गोसाई मेरे राम राय। कोई ऐसा संत सहज सुख दाता, मोहे मार्ग दे बताई। गुरु साहब जी इस तुक विच जवाब दे रहे हैं, कोई ऐसा संत सहज सुख दाता। संत तो बहुत है, पर गुरु साहब जी दस सुखां दा दाता होवे, सहज नाम सचखंड दा है, सचखंड जांदा होवे, ऐसा संत महापुरुष सानू मिल जावे, वो सानू रस्ता दस देवे, फिर असी उस मालिक नूं मिल सकते हाँ। ये मालिक दे मिलण दा तरीका दस रहे है कि जदों भी मिलेगा सानू किसी संतां महापुरुषां पासों मिलेगा, साधुआं पास जाएगा। वो साधु ऐसे होण, सीलवंत सतपुरुष होण, सीलवंत सतगुरु होण, वो सानू मिला सकता है। जिहड़ा आप मिलिया वो सानू मिलाएगा। जिसने देखिया सो दिखाएगा, जो पढ़िया सो पढ़ाएगा। आम साधु सानू नहीं मिला सकता, सीलवंत सतपुरुष मिला सकता है। ऐसे संतां दा दरबार, उन्हां दी सोबत, उन्हां दी महफल विच जाके बैठिए, फिर सानू वो रस्ता दस देंगे। कोई ऐसा संत कोई दस्या होना आम नहीं। सहज सुख दाता, सहज नाम सचखंड दा है। जिहड़ा सचखंड जांदा होवे, सुखां दा दाता वो है, बाकी कोई सुखां दा दाता नहीं। देख लो किस तरह अग्नि तृष्णा अंदर लगी हुई है, तृष्णा लगी हुई है। साधुओं के अंदर भी है, बड़े बड़े ऋषि मुनियों के अंदर भी वो है, लेकिन गुरु साहब जी दस रहे हैं सहज सुख दाता, सुखां दा दाता वो है जो सचखंड जाता है, वो संत बन सकता है। हद टप्पे औलिया, बेहद टप्पे पीर, हद बेहद दोनों टप्पे तां का नाम फकीर। फकीर वो ने जिहड़े पार ब्रह्म तो उत्ते जाके अपने सचखंड देश जाते हैं। ऐसे संत मिल जान, वो सन साडे बाबा जी जिन्हां आप जाते सी और सानू सारिਆਂ ਨੂੰ उसे रस्ते पाया। इतना बड़ा परोपकार बाबा जी ने साडे कीता, पर यह साडी बदकिस्मती, असी उन्हां दे कई आखे नहीं लगे। ਜਿਹੜੇ ਜਿਹੜੇ ਉਹਨਾਂ ਦੇ ਆਖੇ ਲੱਗੇ ਉਹਨਾਂ ਸੁਖ ਲੈ ਲਿਆ। ਜਿਹੜਾ ਸੰਤਾਂ ਮਹਾਂਪੁਰਸ਼ਾਂ ਦੇ ਬਕਤ ਤੇ ਫਾਇਦਾ ਲੈ ਗਿਆ, ਲੇਕਿਨ ਬਕਤ ਤੇ ਫਾਇਦਾ ਵੀ ਲੈਣਾ ਬਹੁਤ ਔਖਾ ਹੈ। ਉੱਥੇ ਵੀ ਅਸੀਂ ਭੁੱਲ ਜਾਂਦੇ ਹਾਂ ਆ ਕੇ। ਉਹਨਾਂ ਦੇ ਜਾਣ ਤੋਂ ਬਾਅਦ ਫਿਰ ਪਛਤਾਵਾ ਰਹਿ ਜਾਂਦਾ ਹੈ। ਅਸੀਂ ਇਸ ਤਰ੍ਹਾਂ ਕਰ ਲੈਂਦੇ, ਅਸੀਂ ਇਸ ਤਰ੍ਹਾਂ ਕਰ ਲੈਂਦੇ, ਲੇਕਿਨ ਬਕਤ ਤੇ ਫਾਇਦਾ ਨਹੀਂ ਲੈ ਸਕੇ। ਅਸੀਂ ਦੀਵੇ ਥੱਲੇ ਹਨੇਰਾ ਜਿਸ ਤਰ੍ਹਾਂ ਹੁੰਦਾ ਹੈ, ਇਸ ਤਰ੍ਹਾਂ ਅਸੀਂ ਰਹੇ। ਅੱਜ ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਉਹਨਾਂ ਦੀ ਯਾਦ ਆਉਂਦੀ ਹੈ ਵੀ ਅਸੀਂ ਉਹਨਾਂ ਕੋਲ ਕੋਈ ਫਾਇਦਾ ਲੈ ਲੈਂਦੇ, ਲੇਕਿਨ ਵਕਤ ਬੀਤ ਗਿਆ। ਇਹ ਯਾਦਾਂ ਛੱਡ ਗਏ ਬਾਬਾ ਜੀ ਸਾਡੇ ਵਾਸਤੇ। ਇੱਥੇ ਬੈਠਦੇ ਸੀ, ਇਸ ਤਰ੍ਹਾਂ ਫਿਰਦੇ ਸੀ, ਇਸ ਤਰ੍ਹਾਂ ਸਾਡੇ ਨਾਲ ਆ ਬਚਨ ਕਰਦੇ ਸੀ। ਹੈ ਅਸੀਂ ਸਾਰੇ ਮੁਸਾਫਿਰ, ਯਾਦਾਂ ਛੱਡ ਗਏ। आदमी एक मुसाफिर है जो आता है और जाता है, आते जाते रास्ते में यादें छोड़ जाता है। बाबा जी साढ़े वास्ते वो यादां छड्ड गए, पर बकत असीं फायदा नहीं लै सके। संतां पासों भुल जाते हाँ, कोई ना कोई भाव लैके पिछे हो जाते हाँ। उन्हां दी जे साडी मर्जी नाल कोई काम करते आ, असीं कहने बहुत चंगे है। अगर वो साडी मर्जी नाल नहीं करते, कहते असीं क्रिटिसाइज करते हैं, इन्हां नूं तो पता ही कुछ नहीं, ये तो जानते ही कुछ नहीं। जिन्हां ने सारी दुनिया नूं अकल दिती, खंडा ब्रह्मंडा के मालिक, उन्होंने असी अकलां देंदे रहे, लेकिन खाली दे खाली रह गए। असी कोई फायदा नहीं लै सके। संत महापुरुष आउंदे आ, जड़े जड़े जीव उन्होंने आखे लग के उन्होंने मगर लग जाते हैं, उन्होंने कहना मन लेंदे आ, उन्होंने सहज
वो सहज देश प्राप्त हो जाता है, वो तुरिया पद में चले जाते हैं, वो मुड़ के जम्मण मरण विच नहीं आते। ये संत महापुरुष, ऐसे संतां महापुरुषों का मिलना बहुत मुश्किल है दुनिया में। शीहों के लौंडे ना फिरे, हंसों की नी पान, लालों की नी बोरियां, साध न चले जमात, गुर का सिख एक अद्धा और सगल बिहारी। गुरु का सिख कोई एक अद्धा हुंदा है। देखो 4 लाख संगत विचों बाबा तेजा सिंह जी महाराज एक सिख प्रगट होया और सतगुरां ने थापना दी कि राधा स्वामी मत में शेर पैदा होया। ये उन्होंने दरबार है, जिन्होंने इस दरबार का आसरा लिया। शेर का पंजा लगा होया इत्थे, इत्थे 2 शेर रहिंदे सी, बब्बर शेर। उन्होंने दरबार है, उन्हें भगती करके सूरमे बने हो। अत सूरा सोई कहलावे, प्रभ की कला बिन कहे तावे। वो सूरमे ने जदों उन्होंने असीं याद करते हाँ, कोई औखी भारी साडे ते बनती है, असीं उन्होंने याद करते हाँ। छिण तो पहला पहुँचते हैं, लाख कोस ते गुर बसे, दीजे सुरत पठाए, शब्द तुरी असवार होए, छिन आवे छिन जाए। जिहड़ा शब्द स्वरूपी सतगुरु है, जदों भी उसनूं सिख याद करता है, बेशक करोड़ां मीलों ते बैठा है, उत्थे जाके उहदी सहायता करते आ, हर वक्त नाल हुंदे आ, रखिया करते आ, साडी नाल नाल रहिंदे आ। किते साडा जिस तरह माता अपने बच्चे का ख्याल रखती है, छोटा बच्चा हुंदा है, खेडदा है, काम भी करती है माता, लेकिन ख्याल रखती है किते अग विच हथ ना पा लवे मेरा बच्चा, किते डिग ना पवे, किते सट ना लवा लवे। इस तरह सतगुरु अपने सिख की रक्षा करता है। सिख नूं कुछ पता नहीं, प्रभ की कला बिन कहे तावे। बगैर किया तो साडे वो काम करते हैं। वो है संत जिहदी गुरु साहब जी दस रहे हैं, जिहदी महिमा कर रहे हैं। उन्होंने संत कौन मिले? चौथी पातशाही श्री गुरु रामदास जी महाराज, उन्हों का आसरा लिया। जिस तरह उन्होंने मिलिया, इस तरह वो दस रहे हैं, किन बिद मिले गोसाई मेरे राम राय। आपे ही जवाब दे रहे हैं, कोई ऐसा संत सहज सुख दाता, मोहे मार्ग दे बताए। कोई ऐसा सुखों का दाता संत सानू मिल जान, जिहड़ा आप सुखी होया होवे। सुखी कौन होवेगा? जिसके अंदर काम क्रोध लोभ मोह हंकार मन माया आशा तृष्णा रजो तमो सतो गुण ये निकल गए होणगे। नहीं तो इंसान कित्थे सुखी? साडे अंदर 5 काम क्रोध लोभ मोह हंकार, 5 प्रकृतियां 30 हो गए, 10 इंद्रे 40, 41वां मन और 42वीं अंश आत्म राम की, साड़ी वो रूह आत्मा। जिथे 41 का जोर होवे, उत्थे 42वीं दी की कौन पुछदा उसनूं? 41 चीज़ां साडे ते है भी है और रूह आत्मा कली है। इसनूं जदों बल मिलेगा फिर इन्हां तो छुटकारा होगा। बल हुआ तो बंधन टूटा। बल किस तरह मिलेगा? जदों संत महापुरुष नाम देंदे आ, वो कहंदे तुसीं भजन सिमरन करो। जिहड़ी साडी आत्मा की खुराक है, वो साडे अंदर डाकू बैठे है, काम क्रोध लोभ मोह हंकार, वो खा रहे हैं और आत्मा साडी कमज़ोर होंदी जा रही है। इस करके ये आत्मा साडी बली नहीं। जदों भजन सिमरन करते हैं, साडा आत्मिक बल जिहड़ा है शक्तिशाली हो जाता है, फिर असीं दा मुकाबला कर सकते हाँ। लेकिन बगैर भजन तो असीं इन्हां चोरां तो छुट नहीं सकते। चोर बैठे है, जदों भजन सिमरन करांगे साडे अंदर सील क्षमा संतोख विवेक धीरज और काम क्रोध लोभ मोह हंकार ये निकल जाएंगे। जिहड़े अंदर दे साडे शाहूकार ने वो साडे विच आ जाएंगे और ये साडे अंदरों तां ही निकलणगे जदों असीं भजन सिमरन करांगे संतां दी बाणी दे मुताबक। शाहू अब घट में जागे पहरा देवे शब्द नरागे। फिर साडे अंदर वो शब्द आ जाएगा। ये डाकू जड़े लगे हुए है, अगर ये साडे ते हमला भी करनगे, काम हमला करेगा, क्रोध हमला करेगा, लोभ हमला करेगा, मोह करेगा, लेकिन अंदर शब्द बैठा है। ये भी विदेह है
और शब्द भी बदे है, बदे नूं बदे पकड़ेगा। चोर नूं चोर पकड़ सकता है, तिलकाधारी पंडित नहीं उसनूं पकड़ सकता। चोर नूं चोर पकड़ेगा और शब्द इन्हां नूं पकड़ेगा, क्योंकि ये भी बदे ने साडे अंदर बैठे हुए है। फिर की होवेगा, जदों ये बाहरों हमला करनगे साडे ते, सुत्तियां पिया करन, जागदे पिया करन, तस कर हेरू आए लुकाने, गुर के शब्द पकड़ बंद पईया। फिर वो गुरु का शब्द इन्हों पकड़ लेगा, अंदर हमला नहीं होने देगा और साड़ी आत्मा की खुराक सानू आत्मा नू मिल जाएगी। साड़ी आत्मा की खुराक ये खा रहे हैं, इस करके साड़ी आत्मा बहुत कमज़ोर है। आत्मा कोई माड़ा कर्म करन लगते हाँ, एक बार थोड़ी जी आवाज़ मिलती है सानू, भाई ना करी ये माड़ा कर्म है। आवाज़ जरूर आती है, लेकिन उसले इन्हां दा जोर हुंदा है, काम का जोर, क्रोध का जोर। असी कोई ना कोई नुकसान कर देंगे हैं जिहड़ा सानू भुगतना पैंदा है, लेकिन आत्मा एक बार जरूर बोलती है, पर इसकी सुनी नहीं जाती, क्योंकि आत्मिक बल साडा बहुत घट है। जितने देर असी सैल्फ रियलाइजेशन नहीं करते, अपने आप को पहचानते नहीं, इतने देर असी साड़ी आत्मा का बल जड़ा वध नहीं सकता। सुंदरदास महात्मा जी होए लिखते हैं, एक समय वन में बसते एक मृगराज की नारी ने केर जायो, कर कारण पाली के हाथ चढ़ियो, उन लेकर शैली संगर लायो, भूल गयो कुल के पराक्रम से, सो हुंडू प्यो हरि धूप चरायो, सुंदर तैसे आत्मा संग शरीर के, आप पुला के जीव कहायो। सुंदरदास महात्मा जी लिखते हैं कि एक समय की गल आ, एक शेरनी ने एक बच्चा दिता और आप चली गई। एक मृगराज की नारी ने कियर जायो, कर कारण पाली के हाथ चढ़ियो। उत्थे पाली चौना चारदा सी, भेडां बकरियां उन्होंने हाथ चढ़ गया। उन्हें लेकर शेली संगर लायो, उन्हें बकरियां नाल ला लिया, भेडां नाल ला लिया। भूल गयो कुल के पराक्रम से, अपना आप भुल गया कि मैं शेर का बच्चा। सो हुंडू प्यो हरी धूप चरायो, उन्होंने नाल लग के हरी हरी घाह खान लग पिया। सो हुंडू प्यो हरी धूप चरायो, सुंदर तैसे आत्मा संग शरीर के, आप भुला के जीव कहायो। इस तरह साड़ी आत्मा भुली हुई है, अपने बल नूं भुली हुई है कि मैं उस सतनाम समुंदर दी और सतपुरुष दी अंश हाँ। साड़ी आत्मा शेर है, लेकिन रली किहड़ां विच है, भेडां बकरियां दे विच। इन्हां दा चरवाहा कौन है? मन। वो मन ने इस नूं कमज़ोर किया होया है, उसका प्रैशर है इसके उपर। सो हुंडू प्यो हरी धूप चरायो, सुंदर तैसे आत्मा संग शरीर के, आप भुला के जीव कहायो। उधर दी कोई शेर लंघिया, उन्हें देखिया भी शेर का बच्चा भेडां बकरियां विच तुरिया फिरता है। उसने उसनूं कहा, भाई तू शेर है? कहता नहीं, मैं शेर नहीं। अपने आप को भुल चुका सी। उन्हें कहा, आ मेरे नाल, तू जाके अपना मूँह देख पानी विच, तू शेर है, ये भेडां बकरियां विच क्यों फिरदा है? तू जाके दरिया के कंढे लैके देखिया भी वाकई मेरी शक्ल इहदे नाल रलदी है, मैं शेर हाँ। कहंदे तू अपनी दहाड़ मार। जदों शेर गरजिया, बकरियां भी नठ गईयां, चरवाहा भी नठ गया। कहण दा भाव ये मन जदों अपना आप आत्मा देख लेगी कि मैं शेर दी अंश हाँ, ये फिर साडे चरवाहा मन जड़ा है, काम क्रोध लोभ मोह हंकार पंजी प्रकृतियां ये सब दौड़ जाणगियां। इस करके इन्हां तो कौन बचाएगा सानू? कोई ऐसा संत सहज सुखदाता, वो सानू इन्हां तो बचा सकता है, बाकी सानू इन्हां दे पासों कोई नहीं बचा सकता। जो गुरु साहब जी बाणी च दस रहे हैं बिल्कुल ठीक फरमा रहे हैं। हाँ जी, कोई ऐसा संत सहज सुख दाता, मोहे मार्ग देवता, अंतर अलख न जाई, लखे
ਵਿੱਚ ਪੜਦਾ ਹਉਮੈ ਪਾਈ। ਗੁਰੂ ਸਾਹਿਬ ਜੀ ਬਹੁਤ ਪਿਆਰ ਨਾਲ ਸਾਨੂੰ ਸਮਝਾ ਰਹੇ ਨੇ, ਅੰਤਰ ਅਲਖ ਨਾ ਜਾਈ ਲਖਿਆ। ਕਿਸ ਕਰਕੇ ਨਹੀਂ ਲਖਿਆ ਜਾਂਦਾ? ਵਿੱਚ ਪਰਦਾ ਹਉਮੈ ਪਾਈ। ਸਾਡੇ ਅੰਦਰ ਉਹ ਹਉਮੈ ਦਾ ਪਰਦਾ ਆ, ਉਹਨੂੰ ਅਸੀਂ ਦੇਖ ਨਹੀਂ ਸਕਦੇ। ਹਉਮੈ ਰੋਗ ਮਾਨਸ ਕੋ ਦੀਨਾ, ਕਾਮ ਰੋਗ ਮੈਗਲ ਬਸ ਕੀਨਾ। ਦ੍ਰਿਸ਼ਟ ਰੋਗ ਪਚ ਮੂਹੇ ਪਤੰਗਾ, ਨਾਦ ਰੋਗ ਖਪ ਮੂਹੇ ਕੁਰੰਗਾ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਗੁਰੂ ਸਾਹਿਬ ਜੀ ਕਹਿੰਦੇ ਆ, ਕਾਮ ਰੋਗ ਹਾਥੀ ਨੂੰ ਦਿੱਤਾ ਹੋਇਆ, ਹਉਮੈ ਦਾ ਰੋਗ ਇਨਸਾਨ ਨੂੰ ਦਿੱਤਾ ਹੈ। ਹਉਮੈ ਰੋਗ ਮਾਨਸ ਕੋ ਦੀਨਾ। ਹਉਮੈ ਦਾ ਰੋਗ ਇੱਕ ਇਤਨਾ ਵੱਡਾ ਹੈ। ਫਿਰ ਇਹ ਮਿਟੇਗਾ ਕਿਸ ਤਰ੍ਹਾਂ? ਗੁਰੂ ਸਾਹਿਬ ਜੀ ਆਪ ਹੀ ਦੱਸਦੇ ਨੇ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਕਹੇ ਨਾਨਕ ਸੁਣੋ ਜਨੋ, ਐਸ ਸੰਜਮ ਦੁੱਖ ਜਾਏ। ਗੁਰੂ ਸਾਹਿਬ ਨੇ ਸਮਝਾਇਆ ਇਸ ਤਰੀਕੇ ਨਾਲ ਇਹ ਹਉਮੈ ਸਾਡੀ ਖਤਮ ਹੋ ਸਕਦੀ ਹੈ ਬਹੁਤ ਵੱਡਾ ਰੋਗ ਹੈ, ਲੇਕਿਨ दारू ਇਸ ਦੇ ਅੰਦਰ ਹੈ। दारू ਹੈ ਨਾਮ। ਹਉਮੈ ਦੀਰਘ ਰੋਗ ਹੈ, दारू ਵੀ ਸਮਾਹੇ। ਪਰ ਜੋ ਮਾਲਕ ਕਿਰਪਾ ਕਰੇ, ਕੋਈ ਐਸੇ ਸੰਤ ਮਹਾਪੁਰਸ਼ ਮਿਲ ਜਾਣ, ਸਾਨੂੰ ਨਾਮਦਾਨ ਦੇ ਦੇਣ, ਤਾਂ ਗੁਰੂ ਦਾ ਸ਼ਬਦ ਕਮਾਈਏ, ਅਸੀਂ ਮਿਹਨਤ ਕਰੀਏ, ਫਿਰ ਇਹ ਸਾਡੇ ਅੰਦਰੋਂ ਹਉਮੈ ਜਾ ਸਕਦਾ ਹੈ। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਸਮਝਾ ਰਹੇ ਨੇ ਕਿ ਹਉਮੈ ਦੀਰਘ ਰੋਗ ਹੈ, दारू ਵੀ ਸਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਇਹੋ ਹੀ ਪੰਜਵੀਂ ਪਾਤਸ਼ਾਹੀ ਦੱਸ ਰਹੇ ਨੇ, ਅੰਤਰ ਅਲਖ ਨਾ ਜਾਈ ਲਖਿਆ। ਵਿੱਚ ਪੜਦਾ ਹਉਮੈ ਪਾਈ। ਸਾਡੇ ਅੰਦਰ ਕਿਉਂ ਨਹੀਂ ਲਖਿਆ ਜਾਂਦਾ? ਉਹ ਕਿਉਂ ਨਹੀਂ ਅਸੀਂ ਦੇਖ ਸਕਦੇ ਉਸ ਨੂੰ? ਸਾਡੇ ਅੰਦਰ ਹਉਮੈ ਦਾ ਪਰਦਾ ਹੈ। ਹਉਮੈ ਆਹ ਚੀਜ਼ ਹੈ, ਆ ਵੀ ਮੇਰੀ ਹੋ ਜਾਵੇ, ਆ ਮਕਾਨ ਮੇਰਾ ਹੋਵੇ, ਆ ਇਤਨੀ ਜ਼ਮੀਨ ਮੈਨੂੰ ਮਿਲ ਜਾਵੇ, ਇਤਨਾ ਮੈਂ ਮਾਲਿਕ ਬਣ ਜਾਵਾਂ। ਲੱਖਾਂ ਵਾਲਾ ਕਹਿੰਦਾ ਮੈਂ ਕਰੋੜਾਂ ਦਾ ਮਾਲਿਕ ਬਣ ਜਾਵਾਂ, ਕਰੋੜਾਂ ਵਾਲਾ ਕਹਿੰਦਾ ਮੈਂ ਅਰਬਾਂ ਦਾ ਮਾਲਿਕ ਹੋ ਜਾਵਾਂ। ਇਹ ਹਉਮੈ ਕਿਸੇ ਦੀ ਖਤਮ ਨਹੀਂ ਹੁੰਦੀ। ਇਹ ਧੀਆਂ ਪੁੱਤਰ ਮੇਰੇ, ਇਹ ਜਾਇਦਾਦ ਮੇਰੀ, ਆਪਣਾ ਇਸ ਦਾ ਕੁਛ ਵੀ ਨਹੀਂ, ਦੁਨੀਆ ਵਿੱਚ ਕੁਛ ਵੀ ਨਹੀਂ। ਵਿਚਾਰ ਕੇ ਦੇਖੀਏ, ਜਦੋਂ ਇਨਸਾਨ ਜਾਂਦਾ ਹੈ, ਇਹ ਧੀਆਂ ਪੁੱਤਰ ਵੀ ਸਾਥ ਛੱਡ ਦਿੰਦੇ ਆ, ਸਭ ਕੁਛ ਇੱਥੇ ਪਿਆ ਰਹਿ ਜਾਂਦਾ ਹੈ, ਕੁਛ ਬੰਦੇ ਦਾ ਨਹੀਂ। ਪਾਲੀ ਚੌਣਾ ਚਾਰਦਾ ਘਰ ਬਿਦ ਨਾ ਜਾਣਾ, ਬਦਰਾ ਸਿਰ ਬਿਗਾਰੀਏ ਨਿਰਦਨ ਮਹਿਮਾਨਾ। ਜਿਉ ਕਰ ਰਾਖਾ ਖੇਤ ਵਿੱਚ ਰੱਖੇ ਕਿਰਸਾਨਾ, ਪਰ ਕਰ ਝੂਠਾ ਜਾਣਦਾ ਮੂਰਖ ਮਹਿਮਾਨਾ। ਪਾਲੀ ਚੌਣਾ ਚਾਰਦਾ, ਪੁਰਾਣੇ ਜ਼ਮਾਨਿਆਂ ਵਿੱਚ ਡੰਗਰ ਚਾਰਦੇ ਸੀ, ਜਿਹੜੇ ਹਜ਼ਾਰ ਦੋ ਦੋ ਹਜ਼ਾਰ ਉਹਨਾਂ ਪਾਸ ਡੰਗਰ ਹੁੰਦੇ ਸੀ, ਚੌਣਾ ਚਾਰਦੇ ਸੀ। ਪਰ ਬਿਦ ਨਾ ਜਾਣਾ, ਆਪਣੇ ਘਰ ਵਿੱਚ ਦੁੱਧ ਹੈ ਨਹੀਂ। ਕਿਤਨੀਆਂ ਕਿਤਨੀਆਂ ਮੱਝਾਂ, ਕਿਤਨੇ ਕਿਤਨੇ ਡੰਗਰ ਲੈ ਕੇ ਪਾਲੀ ਚੌਣਾ ਚਾਰਦਾ ਘਰ ਬਿਦ ਨਾ ਜਾਣਾ। ਪਾਲੀ ਨੂੰ ਕੋਈ ਪੁੱਛਦਾ ਸੀ ਵੀ ਡੰਗਰ ਕਿਸ ਦੇ ਹੈ? ਕਹਿੰਦੇ ਸੀ ਮੇਰੇ ਆ। ਉਸ ਨੂੰ ਕਹਿਣਾ ਭਾਈ 2 ਕਿਲੋ ਦੁੱਧ ਦੇ ਦੇ, ਕਹਿੰਦੇ ਨਹੀਂ ਇਹ ਮਾਲਕ ਦੇ ਹੈ, ਮਾਲਕ ਮੈਨੂੰ ਮਾਰੇਗਾ। ਆਪਣਾ ਕੁਛ ਵੀ ਨਹੀਂ, 2-3 ਹਜ਼ਾਰ ਡੰਗਰ ਲੈ ਕੇ ਫਿਰ ਰਿਹਾ। ਪਾਲੀ ਚੌਣਾ ਚਾਰਦਾ ਘਰ ਬਿਦ ਨਾ ਜਾਣਾ, ਬਦਰਾ ਸਿਰ ਬਿਗਾਰੀਏ ਨਿਰਧਨ ਮਹਿਮਾਨਾ। ਬਦਰਾ ਕਹਿੰਦੇ ਆ ਡਾਕੀਏ ਨੂੰ। ਡਾਕੀ ਦੇ ਪਾਸ ਚੈੱਕ ਹੁੰਦੇ ਆ, ਮਨੀ ਆਰਡਰ ਹੁੰਦੇ ਆ, ਆਪਣੇ ਕੋਲ ਸੰਭਾਲ ਕੇ ਰੱਖੇ ਹੁੰਦੇ ਆ। ਉਸ ਨੂੰ ਪੁੱਛੀਏ ਕਿਹਦੇ ਆ? ਉਹ ਕਹਿੰਦਾ ਮੇਰੇ ਆ। ਉਹਨੂੰ ਕਹੀਏ ਇੱਕ ਮਨੀ ਆਰਡਰ ਮੈਨੂੰ ਦੇ ਦੇ, ਕਹਿੰਦਾ ਨਹੀਂ ਇਹ ਫਲਾਣੇ ਦੇ ਆ, ਮੇਰਾ ਆਪਣਾ ਕੁਛ ਵੀ ਨਹੀਂ। ਬਦਰਾ ਸਿਰ ਬਿਗਾਰੀਏ ਨਿਰਧਨ ਮਹਿਮਾਨਾ। ਆਪ ਉਹ ਨਿਰਧਨ ਆ, ਗਰੀਬ ਆ, ਕੁਛ ਵੀ ਉਸਦੇ ਪੱਲੇ ਨਹੀਂ, ਪਰ ਉਹ ਪੱਲੇ ਕੁਛ ਵੀ ਨਹੀਂ, ਨਿਰਧਨ ਹੈ, ਆਪ ਗਰੀਬ ਹੈ। ਪਰ ਕਰ ਝੂਠਾ ਜਾਣਦਾ ਮੂਰਖ ਮਹਿਮਾਨਾ। ਜਿਉ ਕਰ ਰੱਖਾ ਖੇਤ ਵਿੱਚ ਰੱਖੇ ਕਿਰਸਾਨਾ। ਜਿਸ ਤਰ੍ਹਾਂ ਕਿਸਾਨ ਨੇ ਕੋਈ ਘਰ ਵਿੱਚ ਰਾਖਾ ਰੱਖਿਆ ਹੁੰਦਾ ਹੈ, ਘਰ ਦੀ ਰਾਖੀ ਵਾਸਤੇ ਬਾੜਿਆਂ ਦੇ ਖਰਬੂਜੇ ਵਿੱਚ ਬਿਠਾਇਆ ਹੁੰਦਾ ਹੈ, ਰਾਖਾ ਹੁੰਦਾ। ਉਸ ਨੂੰ ਪੁੱਛੀਏ ਭਾਈ ਖਰਬੂਜੇ ਕਿਹਦੇ ਆ? ਉਹ ਕਹਿ ਦਿੰਦਾ ਜੀ ਮੇਰੇ ਹੈ, ਮੈਂ ਮਾਲਿਕ ਹਾਂ ਇਸ ਦਾ। ਤਾਂ 2-4 ਖਰਬੂਜੇ ਦੇ ਦੇ, ਕਹਿੰਦੇ ਨਹੀਂ ਉਹ ਮਾਲਿਕ ਦੇਖੇਗਾ ਤਾਂ ਮਾਰੇਗਾ, ਆਪਣਾ ਉਸ ਦਾ ਕੁਛ ਵੀ ਨਹੀਂ। ਇਸੇ ਤਰ੍ਹਾਂ ਅਸੀਂ ਸੰਸਾਰ ਵਿੱਚ ਸਾਰੇ ਜੀ ਫਸੇ ਹੋਏ ਆ, ਮੇਰੀ ਮੇਰੀ ਕਰਦੇ ਆ। ਆ ਮੇਰਾ ਆ, ਆ ਮੇਰਾ ਆ, ਧੀਆਂ ਪੁੱਤਰ ਮੇਰੇ ਆ, ਆ ਕੋਠੀ ਮੇਰੀ ਹੈ, ਇਹ ਮਕਾਨ ਮੇਰਾ ਹੈ,
लेकिन संतां दी बाणी दे मुताबिक असी सारे मुसाफिर हाँ, जितने भी आए हैं दुनिया दे विच सारे मुसाफिर हाँ। मुसाफिरां की तरह रात कट के चले जाना है। बिरखे एक पंखी कने मिलकर बैठे बोर, रैन बसेरा कर गए सब आपो अपनी चोग। ये एक वृक्ष है, पंछी आके बैठे है, असी सारे संसार एक वृक्ष की न्याई है, सारे बैठे हैं जिहदी चोग खत्म हो जाती है वो पंछी इस संसार तो उड़ के चले जाता है। इस तरह असी बैठे हुए हैं। लेकिन गुरु साहब ही दसदे आ, पर कर झूठा जानदा मूर्ख मेहमाना, ये पराया देश है मेहमान आ, लेकिन इसनों अपना घर बना के बैठे हुए हैं। जिस तरह पाली का कोल तो दुध भी है नहीं पर डंगर बहुत है, डाकी दे कोल चैक बहुत है पर अपना उसका कुछ भी है नहीं, अपना वो गरीब आ। इस तरह असी देश नूं अपना बना के बैठे हुए हैं भी साडा ये देश है। अंदर सेंसा हर वक्त सता रही है। हमें रोग मानस को दीना, काम रोग मैगल बस कीना। हाथी नूं काम दा रोग है, जदों उस ते वो हैवी हुंदा है, जदों उस नूं जंगल में जाके शिकारी पकड़ना चाहुंदे है, बहुत बड़ा खड्डा पुट के उसके उपर कागज रख देंगे, कागजां दी हथनी बना के उसके उपर रख देंगे है। हाथी नहीं देखता, अन्ना होया जाके टोए विच डिग पैंदा है। बलहीन हो के जदों उसनूं उहदा शक्तिहीन हो जाता है, रस्से पा के बाहर कढ़ लैंदे, फिर देखो उसनूं कितनियां सजावां, किस तरह सर्कसां विच काम लैंदे है, किस तरह उहदे कोलों होर काम लैंदे है, फिर वो काबू आ जाता है। एक रोग तो नहीं बच सकिया, लेकिन इंसान के अंदर 5 रोग है। मृग मीन परिंग पतंग कूचर, एक दोख विनाश, 5 दोख असाध जामै ताकि केतक आस। पतंगे नूं देखण दा आशिक है, जिहदे घर भी दीवा बलदा होवे, चाहे किसी दुश्मन दे होवे, चाहे किसी गरीब दे होवे, चाहे अमीर दे होवे, वो नहीं देखदा, उसकी लाइट ते सड़ के मर जाता है। हिरन जिहड़ा है उसकी नाभि दे विच कस्तूरी है, लेकिन बाहर लभदा फिरदा है, खप खप के मर जाता। वो भी दृष्ट रोग पच मुए पतंगा, नाद रोग खप मुए कुरंगा। सुन दा आशिक है आवाज़, जदों भी कोई शिकारी हिरन नूं पकड़ना चाहुंदा है, जंगल विच जाके कंगे हेड़ी नाद वजाउंदा है। कंगे हेड़ी का मतलब एक मिट्टी का भांडा लैके एक थाली उहदे नाल बन दिंदा है और रस्सी पा के आप थल्ले बैठ जाता है और उसकी बहुत सुरीली आवाज़ बनती है। हिरन जदों भी उसकी आवाज़ नूं सुनदा है तो मस्त होके आके शिकारी के गोडियां ते सिर रख दिंदा, अपनी परवाह नहीं करता, वो भी मारिया गया। एक एक रोग वाला नहीं बचिया, लेकिन गुरु साहब जी दसते हैं जिहदे विच 5 है, वो किस तरह बचणगे, कौन बचाएगा उन्होंने। काम तजे तो क्रोध ना जाई, क्रोध तजे तो लोभा, लोभ तजे अहंकार ना जाई, मान वड़ियाई शोभा। ये मान वड़ियाई जड़ी है, अगर काम तजे तो क्रोध, क्रोध नहीं छड्डदा, क्रोध तजे तो लोभ साडे अंदर बैठा होया, लोभ नहीं छड्डदा, लोभ तजे तो मोह ना जाई। मोह भी नाल है, मोह की जड़ा बहुत मजबूत ने, मोह सब तो बली है। मोह दे वस होके कई कर्म असी ऐसे कर बैठते हाँ जिसका भुगतना जो भुगतना पैंदा पता फिर लगता है। मोह किस वास्ते करते हाँ। हजूर महाराज कई बार दसते हुंदे सी सत्संग विच, कहंदे पाकिस्तान जदों बनिया कुछ लोग इधर आ गए, कुछ उधर रह गए। एक ने बहुत सुंदर बाग लगाया सी, फलदार बूटे सन। फलदार बूटे जदों पालने होण इस तरह ही पलदे हैं जिस तरह अपने बच्चे पालते हैं, असीं देखभाल करते हैं। बहुत सुंदर बाग सी उसका। इधर आ गया, जदों वापस जाके देखिया तो सारा बाग उहदा कट सुट्टिया सी लोगों ने, लकड़ां वढ़ के लै गए, सारा बाग बर्बाद हो गया। जदों वापस जाके देखिया बाग दे मोह विच हजूर महाराज दसते हुंदे सन, 3 दिन बैठ के रोंदा रहा, आखिर सिर विच इट मारी और मर गया, उसके मोह विच मर गया। काफ़ी चिर की गल है, एक लेख आया हॉलैंड तो, एक लेख पढ़िया मैं पेपर के विच।
उधर दे लोग साढ़े तो इधर कुत्तियां की बहुती संभाल नहीं करते। जे किसी के घर चल जाए जां तो उसका डंडा मार देंगे जां पत्थर मारनगे, रोटी पानी तो बहुत दूर की गल है। लेकिन विदेशों में इन्हों बहुत प्यार किया जाता है। एक अंग्रेज़ ने एक कुत्ता पालिया सी, बहुत प्यार सी, उसनों विदेश में जाना पै गया, उसनों टिकट नहीं मिली कुत्ते की। एयरपोर्ट तक लै गया, एयरपोर्ट पर जाके वह कुत्ता बैठ गया, उसका मालिक जहाज़ पर बैठ के चला गया। उसके मोह विच कुत्ते ने कुछ नहीं खाधा, बैठा रहा। जदों कोई जहाज आवे उठ के जावे, देखिए भी मेरा मालिक आया होना है, पर वो नहीं, दौड़ दौड़ के खप गया। लिस्सा शरीर भी कमज़ोर हो गया, कुछ नहीं उसने खाधा। आखिर एयरपोर्ट अथारिटी ने उसनों फोन किया पे आके इन कुत्ते नूं लै जा, असीं तैनूं टिकट भी फ्री दिंदे हाँ, सब कुछ फ्री दिंदे हाँ, पर इसनूं तूं लै जा। जदों बहुत देर हो चुकी सी, जदों वो मिलने वास्ते आया, कुत्ता नठ के अगे होया, पछाण लिया उन्हें, जाके उसनूं प्यार बहुत किया, चंबड़िया उहदे नाल। 5-7 मिनट बाद वो कुत्ता मर गया। उसका मोह इतना सी, वो भी उहदा प्यार नहीं सहार सकिया। आखिर वो अंग्रेज़ भी उत्थे ही दम तोड़ गया। ये है मोह। मोह सब तो, जिसका भी मोह किसी नाल है, जानवर नाल है, चाहे किसी बच्चे नाल है, चाहे यार दोस्त नाल है, चाहे इस्त्री का पुरुष नाल ज़्यादा मोह है। ये मोह तंग करता है, सताउंदा है मोह हर एक नूं। इस करके गुरु साहब जी कहते हैं, अगर मोह भी करना तो उतना ही करिए। असी अग तो बालनी है फुलका बनाने वास्ते, रोटी बनाने वास्ते, पर इतनी अग बालीए साडा काम हो जाए, अग जाया ना जावे। असी इतनी क अपने दुआले असी इकट्ठा कर लेंदे हाँ, जिहदे विच आप ही असी फस जाते हैं, पर निकलना बहुत मुश्किल है। काम क्रोध लोह मोह हंकार, और जिस दे विच वो हंकार आ गया कि मैं ही सब कुछ हाँ, उनका दुनिया ते सर्वनाश होया। इसका इतिहास सारे गवाह है। सीता को हर ले गया रावण, सोने की लंका जड़ी। सोने की लंका सड़दी नहीं सी, पर जेकर रावण सीता का हरण ना करता था, देख लो सर्वनाश होया। उन्होंने हंकार सी, उसनूं 4 वेदां का टीकाकार पंडित सी। मेरे वर्गा बली कौन है? पाव काल जिहड़ा सी उसने पावे दे नाल बन के रखिया सी कि मैनू कोई मार नहीं सकता। हरनाकश ने वर ले सी, ना अंदर मरा ना बाहर मरा, ना दिने मरा ना रात मरा। लेकिन जदों वो वक्त आया जम, उसनूं भी मार के लै गया। जिहड़ा वर दिंदा है उसनूं लैण दी भी जाच है। ब्रह्मा तो वर ले सी तपस्या करके। हरनाकश ने हंकारी सी, लेकिन उसनूं वो भी मार के लै गया। इन्हां तो कौन बचा सकता है? जितनी देर सानू संत महात्मा ऐसे महापुरुष ना मिलन जिहड़े आप बचे है, वो सानू बचाउणगे। जिहड़ा आप नहीं बचिया वो सानू नहीं बचा सकता, वो सानू फसा देगा। अन्ना अन्ने दी बांह फड़ लवे कित्थे लै जाएगा? डुबेगा। गुरु जिन्हां का अंधला सिख अंधे कर्म करैन, आप डुबे पर निंदका सगले कुल डबैन। वो सारे नू डुब देगा अगर अन्ना अन्ने दी बांह फड़ लेगा। अगर सजाखे दी बांह फड़ांगे, वो कौन ने? संत। उन्होंने अखां खुलियां है, असीं उन्होंने पास नहीं आना चाहते। असीं उन्होंने बैर विरोध करते हाँ, गल्लां करते हाँ। मूँह ते गल कुछ होर हुंदी है, दरवाजे तो बाहर गल होर हुंदी है। पर वो बहुत सियाना है, सब जानता है। मालिक सब जानता है। जिसने सारी सृष्टि बनाई है वो सब जानता है। जितना जितना असी उन्हां नाल प्यार करांगे, उतना उतना असी फायदा मनुष्य जन्म विच लै लवांगे। लेकिन वक्त बीतन तो बाद पछताउण दा कोई फायदा नहीं। वक्त बीत गया, जा रहा। लेकिन जिन्हां ते संतां महापुरुषां दी नदर हो जाए, मेहर कर देन। नदर जब मुर्शद ने की तो कतरे से दरिया कर दिया। बंदे का बंदा जब बना तो बंदे से मौला कर दिया। ये सतगुरु दे विच ताकत हुंदी है। खुदा के बंदे खुदा तो नहीं होते, लेकिन खुदा से जुदा भी नहीं होते। उन्हां दे विच ताकत हुंदी। हर वक्त वो नाल नाल रहिंदे अपने सिख दिओ। गुर परमेश्वर एको जान, जो तिस भावे सो परवान।
ਗੁਰੂ ਤੇ ਔਰ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੁੰਦਾ, ਪਰ ਅਗਰ ਉਹਨਾਂ ਦੇ ਆਪਸ ਵਿੱਚ ਖਿਆਲਾਤ ਮਿਲਦੇ ਆ ਔਰ ਗੁਰੂ ਵਿੱਚ ਔਰ ਪਰਮੇਸ਼ਰ ਇੱਕ ਹੋਏ ਹੁੰਦੇ, ਗੁਰ ਪਰਮੇਸ਼ਰ ਇੱਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ। ਉਹਨਾਂ ਨੂੰ ਜੋ ਪਾਉਂਦਾ ਹੈ, ਜੋ ਉਹ ਕਰਦੇ ਆ, ਉਹ ਮਾਲਕ ਨੂੰ ਮਨਜ਼ੂਰ ਹੁੰਦਾ ਹੈ। ਲੇਕਿਨ ਅਸੀਂ ਉਹਨਾਂ ਦਾ ਨਾਲ ਵਿਰੋਧ ਕਰਦੇ ਹਾਂ। ਲੇਕਿਨ ਸਤਿਗੁਰੂ ਜੋ ਮਰਜ਼ੀ ਕਰ ਲਵੇ, ਦੁਨੀਆ ਜਿੱਥੇ ਮਰਜ਼ੀ ਕਰ ਲਵੇ, ਲੇਕਿਨ ਉਹਨਾਂ ਦਾ ਰਾਖਾ ਕੌਣ ਹੁੰਦਾ ਹੈ? ਮਾਲਿਕ। ਰੱਬ ਕਾ ਤੇਜ ਕਟੇ ਨਹੀਂ, ਜੇ ਕਨ ਜੁੜੇ ਕਮੰਡ, ਸੰਤ ਬਚਨ ਪਲਟੇ ਨਹੀਂ, ਪਲਟ ਜਾਏ ਬ੍ਰਹਮੰਡ। ਸੂਰਜ ਦੀ ਰੋਸ਼ਨੀ ਨੂੰ ਬੱਦਲ ਆ ਜਾਣ ਅੱਗੇ ਘਟਾ ਨਹੀਂ ਸਕਦੇ, ਉਸਦੀ ਰੋਸ਼ਨੀ ਨੂੰ ਥੋੜੇ ਚਿਰ ਵਾਸਤੇ ਘਟਾ ਸਕਦੇ ਹੈ। ਰੱਬ ਕਾ ਤੇਜ ਕਟੇ ਨਹੀਂ, ਜੇ ਕਨ ਜੁੜੇ ਕਮੰਡ। ਜੇ ਬੱਦਲ ਬਹੁਤ ਜੁੜ ਕੇ ਆ ਜਾਣ ਲੇਕਿਨ ਘਟਾ ਨਹੀਂ ਸਕਦੇ। ਲੇਕਿਨ ਸੰਤ ਬਚਨ ਪਲਟੇ ਨਹੀਂ, ਪਲਟ ਜਾਏ ਬ੍ਰਹਮੰਡ। ਇਹ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਸਭ ਕੁਝ। ਇਹ ਬਾਣੀ ਵਿੱਚ ਤਾਂ ਪਹਿਲੇ ਲਿਖਿਆ ਸੀ, ਪਰ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ। ਹਜ਼ੂਰ ਮਹਾਰਾਜ ਜੀ ਨੇ ਜਿਤਨੇ ਬਚਨ ਚਾਹੇ ਆਪਣੇ ਸਹਿਜ ਸੁਭਾਅ ਵਿੱਚ ਕੀਤੇ, ਚਾਹੇ ਕਿਸੇ ਮੌਜ ਵਿੱਚ ਆ ਕੇ ਕੀਤੇ, ਇੱਕ ਇੱਕ ਬਚਨ ਸਤਿਗੁਰਾਂ ਦਾ ਪੂਰਾ ਹੋਇਆ। ਇੱਕ ਇੱਕ ਬਚਨ ਪੱਥਰ ਤੇ ਲੀਕ ਸੀ। ਅਸੀਂ ਸਮਝਦੇ ਸੀ ਕਿ ਮਹਾਰਾਜ ਜੀ ਪਤਾ ਨਹੀਂ ਕੀ ਬੋਲਦੇ ਆ, ਸਾਡੀ ਸਮਝ ਵਿੱਚ ਗੱਲ ਨਹੀਂ ਸੀ ਆਉਂਦੀ, ਸਾਨੂੰ ਇੰਨੀ ਅਕਲ ਨਹੀਂ ਸੀ। ਲੇਕਿਨ ਜੋ ਉਹ ਬੋਲ ਕੇ ਗਏ ਹਜ਼ੂਰ ਮਹਾਰਾਜ ਜੀ, ਜਿਨ੍ਹਾਂ ਦੇ ਦਰਬਾਰ ਵਿੱਚ ਤੁਸੀਂ ਅੱਜ ਸਾਰੇ ਬੈਠੇ ਆ, ਇੱਕ ਇੱਕ ਬਚਨ ਉਹਨਾਂ ਦਾ ਸੱਚਾ ਹੋਇਆ। ਸੰਤਾਂ ਵਿੱਚ ਪਾਵਰ ਹੁੰਦੀ ਹੈ। ਸੰਤ ਜੋ ਚਾਹਣ ਕਰ ਸਕਦਾ ਹੈ, ਪੀਰ ਜੋ ਚਾਹਵੇ ਕਰ ਸਕਦਾ ਹੈ। ਇੱਕ ਸ਼ਹਿਰ ਦਾ ਇੱਕ ਵਾਰ ਕੁਤਬ ਮਰ ਗਿਆ। ਆਮ ਰਾਧਾ ਸਵਾਮੀ ਮਤ ਵਿੱਚ ਭਗਤ ਵੀ ਕਹਿੰਦੇ ਨੇ, ਪ੍ਰੀਚਰ ਵੀ ਕਹਿੰਦੇ ਨੇ। ਪ੍ਰੀਚਰ ਸੀ ਕਿਸੇ ਸ਼ਹਿਰ ਦਾ। ਸ਼ਹਿਰ ਦੇ ਲੋਕ ਇਕੱਠੇ ਹੋ ਕੇ ਪੀਰ ਦੇ ਪਾਸ ਗਏ, ਪੀਰ ਜੀ ਸਾਡੇ ਸ਼ਹਿਰ ਦਾ ਕੁਤਬ ਮਰ ਗਿਆ, ਸਾਨੂੰ ਕੁਤਬ ਦਿਓ। ਤਾਂ ਪੀਰ ਸਾਹਿਬ ਨੇ ਕਿਹਾ ਭਾਈ ਅਜੇ ਮੇਰੇ ਕੋਲ ਤਿਆਰ ਹੈ ਨਹੀਂ, ਮੈਂ ਦਿਆਂਗਾ ਤੁਹਾਨੂੰ, ਤੁਸੀਂ ਫੇਰ ਆਇਓ। ਕੋਈ ਟਾਈਮ ਦੇ ਦਿੱਤਾ। ਉਹ ਫਿਰ ਇਕੱਠੇ ਹੋ ਕੇ ਸ਼ਹਿਰ ਦੇ ਸਾਰੇ ਆਏ। ਕਹਿੰਦੇ ਭਾਈ ਰਾਤ ਕੱਢੋ, ਦਿਨ ਦੇਖਾਂਗਾ, ਦਿਨ ਚੜ੍ਹੇਗਾ। ਤੇ ਉਸੇ ਰਾਤ ਇੱਕ ਚੋਰ ਆ ਗਿਆ ਉੱਥੇ। ਪੀਰ ਸਾਹਿਬ ਦੀ ਘੋੜੀ ਸੀ, ਉਸ ਨੂੰ ਖੋਲਣ ਲੱਗ ਪਿਆ। ਅਗਲੇ ਪੈਰ ਖੋਲੇ, ਪਿਛਲੇ ਪੈਰ ਉਸਦੇ ਵੱਜ ਜਾਣ, ਪਿਛਲੇ ਪੈਰ ਖੋਲੇ, ਅਗਲੇ ਵੱਜ ਜਾਣ। ਸਾਰੀ ਰਾਤ ਲੱਗਾ ਰਿਹਾ, ਘੋੜੀ ਨਹੀਂ ਖੁੱਲ ਸਕੀ। ਦਿਨ ਚੜ੍ਹ ਗਿਆ, ਪੀਰ ਸਾਹਿਬ ਜੀ ਉਧਰ ਨੂੰ ਗਏ ਤਾਂ ਚੋਰ ਜਿਹੜਾ ਸੀ ਘੋੜੀ ਦੇ ਲਾਗੇ ਹੀ ਬੈਠਾ। ਪੁੱਛਦੇ ਭਾਈ ਤੂੰ ਘੋੜੀ ਲਾਗੇ ਕੌਣ ਆ? ਕਹਿੰਦਾ ਜੀ ਮੈਂ ਚੋਰ ਹਾਂ। ਪੀਰ ਸਾਹਿਬ ਨੇ ਸੋਚਿਆ ਵੀ ਚੋਰ ਕਹਿੰਦਾ ਨਹੀਂ ਮੈਂ ਕਦੀ ਚੋਰ ਹਾਂ, ਇਹਨੇ ਕਿਉਂ ਕਿਹਾ? ਕਹਿੰਦਾ ਨਹੀਂ ਜੀ ਮੇਰੇ ਤੇ ਵਿਸ਼ਵਾਸ ਕਰੋ, ਮੈਂ ਚੋਰ ਹਾਂ, ਤੁਹਾਡੀ ਘੋੜੀ ਖੋਲ੍ਹਣ ਵਾਸਤੇ ਆਇਆ ਸੀ, ਮੇਰੇ ਕੋਲ ਖੁੱਲ੍ਹ ਨਹੀਂ ਸਕੀ, ਮੈਂ ਇਸ ਕਰਕੇ ਤੁਹਾਡੇ ਤੋਂ ਮਾਫੀ ਮੰਗਦਾ ਹਾਂ। ਹੈ ਮੈਂ ਚੋਰ ਹਾਂ, ਜੋ ਤੁਹਾਡੀ ਸਜ਼ਾ ਬਣਦੀ ਹੈ ਮੈਨੂੰ ਦਿਓ। ਤਾਂ ਪੀਰ ਸਾਹਿਬ ਨੇ ਸੋਚਿਆ ਇਹ ਸੱਚ ਬੋਲਦਾ ਆ, ਕਿਉਂ ਨਾ ਇਸੇ ਨੂੰ ਕੁੱਤਾ ਬਣਾ ਲਈਏ, ਇਹੋ ਹੀ ਦੇ ਦਈਏ। ਉਸ ਨੂੰ ਲੈ ਗਏ, ਜਾ ਕੇ ਉਸ ਨੂੰ ਆਪਣਾ ਪਹਿਰਾਵਾ ਪਹਿਨਾਇਆ। ਉਧਰੋਂ ਆਏ ਸੀ ਸ਼ਹਿਰ ਵਾਲੇ, ਕਹਿਣ ਲੱਗੇ ਪੀਰ ਜੀ ਸਾਡਾ ਕੁੱਤਬ ਕਿੱਥੇ ਆ? ਕਹਿੰਦੇ ਜੇ ਤੁਹਾਡਾ ਕੁੱਤਬ ਤਿਆਰ ਹੈ। ਹੁਣ ਚੋਰ ਆਪਣੇ ਆਪ ਵਿੱਚ ਸ਼ਰਮਿੰਦਾ ਹੁੰਦਾ ਵੀ ਮੈਂ ਤੇ ਕੁੱਤਬ ਹੈ ਹੀ ਨਹੀਂ, ਮੈਂ ਤੇ ਚੋਰ ਹਾਂ, ਮੈਂ ਤੇ ਚੋਰ ਹਾਂ। ਬੋਲਦਾ ਹੈ ਯਾ ਮੁਹੰਮਦ ਗੌਸੇ ਆਜ਼ਮ, ਮੈਂ ਤੇਰੇ ਬਲਿਹਾਰੀਆਂ। ਚੋਰ ਨੂੰ ਚਾ ਕੀਤਾ ਕੁੱਤਬ, ਵਾਹ ਮੇਰੀ ਸਰਕਾਰੀਆਂ। ਐ ਮਾਲਿਕ ਤੇਰੇ ਮੈਂ ਕਿਹੜਾ ਗੁਣ ਗਾਵਾਂ, ਤੂੰ ਚੋਰ ਨੂੰ ਕੁੱਤਬ ਬਣਾ ਦਿੱਤਾ। ਜਾਂ ਮੁਹੰਮਦ ਗੌਸੇ ਆਜ਼ਮ, ਮੈਂ ਤੇਰੇ ਬਲਿਹਾਰੀਆਂ। ਚੋਰ ਨੂੰ ਚਾ ਕੀਤਾ ਕੁੱਤਬ, ਵਾਹ ਮੇਰੀ ਸਰਕਾਰੀਆਂ। ਹੈ ਮੇਰੀ ਸਰਕਾਰ, ਤੁਸਾਂ ਇਹ ਮੈਨੂੰ ਚੋਰ ਤੋਂ ਕੁੱਤਬ ਬਣਾ ਦਿੱਤਾ, ਭਗਤ ਬਣਾ ਦਿੱਤਾ। ਇਹ ਸਤਿਗੁਰਾਂ ਵਿੱਚ ਵਡਿਆਈ ਹੈ, ਇਹ ਸੰਤਾਂ ਦੀ ਵਡਿਆਈ ਹੈ, ਜੋ ਚਾਹਣ ਕਰ ਸਕਦੇ ਹੈ। ਸਾਡੀ ਨਿਗਾਹ ਵਿੱਚ ਬੇਸ਼ੱਕ ਉਹ ਬੰਦਾ ਮਾੜਾ ਹੈ, ਅਗਰ ਉਹਨੂੰ ਸਤਿਗੁਰਾਂ ਨੇ ਮਨਜ਼ੂਰ ਕਰ ਲਿਆ, ਆਪਣਾ ਗੁਣ ਵੀ ਉਹ ਪਾ ਦਿੰਦੇ ਆ, ਸਾਰੇ ਕੰਮ ਵੀ ਆਪ ਕਰਦੇ ਆ ਵਿੱਚ ਬੈਠ ਕੇ। ਸਾਡੇ ਮਨ ਦਾ ਇਹ ਭਰਮ ਹੈ, ਲੇਕਿਨ ਕਰ ਕੌਣ ਰਿਹਾ ਹੈ? ਇਹ ਸਤਿਗੁਰੂ ਕਰ ਰਹੇ ਨੇ। ਅੱਜ ਇਸ ਦਰਬਾਰ ਦੇ ਵਿੱਚ ਜੋ ਕੁਝ ਵੀ ਬਣਾ ਰਹੇ, ਸਤਿਗੁਰੂ ਬਣਾ ਕੇ ਦੇ ਰਹੇ ਹੈ। ਇਤਨਾ ਕੁਝ ਇਹ ਕੌਣ ਕਰ ਰਿਹਾ ਹੈ? ਸਾਡੇ ਬਾਬਾ ਜੀ ਕਰ ਰਹੇ ਨੇ।
ਅਗਰ ਅਸੀਂ ਸੋਚਦੇ ਹਾਂ ਵੀ ਬਾਬਾ ਜੀ ਚਲੇ ਗਏ ਆ, ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਬਾਬਾ ਜੀ ਇੱਥੇ ਹੀ ਨੇ। ਜੇ ਸ਼ਾਇਦ ਬਾਬਾ ਜੀ ਚਲੇ ਗਏ ਹੁੰਦੇ ਤੇ ਅਸੀਂ ਵੀ ਚਲੇ ਗਏ ਹੁੰਦੇ। ਬਾਬਾ ਜੀ ਕਿਤੇ ਨਹੀਂ ਗਏ, ਬਾਬਾ ਜੀ ਇੱਥੇ ਨੇ। ਇਹ ਹੈ ਸੰਤਾਂ ਦੀ ਮਹਿਮਾ ਜੋ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾ ਰਹੇ ਨੇ। ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ। ਭਾਈ ਕਿਉਂ ਨਹੀਂ ਲਖਿਆ ਜਾਂਦਾ? ਸਾਡੇ ਅੰਦਰੋਂ ਹਉਮੈ ਦਾ ਪਰਦਾ ਹੈ। ਜਿਤਨੀ ਦੇਰ ਹਉਮੈ ਦਾ ਪਰਦਾ ਵਿੱਚ ਰਹੇਗਾ ਉਹ ਨਹੀਂ ਲਖਿਆ ਜਾਏਗਾ। ਹਾਂਜੀ। ਅੰਤਰ ਅਲਖ ਨ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ। ਮਾਇਆ ਮੋਹ ਸਭੋ ਜਗ ਸੋਇਆ, ਏਉ ਪਰਮ ਕੋ ਕਿਉ ਜਾਈ। ਗੁਰੂ ਸਾਹਿਬ ਜੀ ਬਹੁਤ ਪਿਆਰ ਨਾਲ ਸਾਨੂੰ ਸਮਝਾ ਰਹੇ ਨੇ, ਮਾਇਆ ਮੋਹ ਸਭੋ ਜਗ ਸੋਇਆ। ਸਾਰੇ ਜਗਤ ਦੀ ਹਾਲਤ ਦੱਸੀ ਉਹਨਾਂ। ਮੋਹ ਮਾਇਆ ਦੀ ਨੀਂਦ ਵਿੱਚ ਅਸੀਂ ਸੁੱਤੇ ਪਏ ਹਾਂ। ਇਹ ਭਰਮ ਜਿਹੜਾ ਹੈ ਕਹੋ ਕਿਉਂ ਜਾਈ, ਇਹ ਭਰਮ ਸਾਡਾ ਕਿਸ ਤਰ੍ਹਾਂ ਦੂਰ ਹੋਏਗਾ? ਭਰਮ 84 ਨੂੰ ਵੀ ਕਹਿੰਦੇ ਆ। ਅਸੀਂ ਉਸ ਤੋਂ ਨਹੀਂ ਬਚ ਸਕਦੇ ਕਿਉਂਕਿ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਆ। ਤੂੰ ਕਿਉਂ ਗਫਲਤ ਮੈਂ ਫਿਰੇ, ਤੇਰੇ ਸਿਰ ਪਰ ਬੈਠਾ ਕਾਲ। ਸਿਰ ਪਰ ਬੈਠਾ ਕਾਲ ਦਿਨੋਂ ਦਿਨ ਬਾਦਾ ਪੂਜੇ। आज काल मैं कूच मूर्ख नहीं तो को सूझे। ਪਲਟੂ ਸਾਹਿਬ ਜੀ ਮਹਾਰਾਜ ਕਹਿੰਦੇ ਆ, ਤੂੰ ਗਫਲਤ ਦੀ ਨੀਂਦ ਵਿੱਚ ਕਿਉਂ ਸੁੱਤਾ ਹੋਇਆ ਹੈ? ਜੋ ਪੰਜਵੀਂ ਪਾਤਸ਼ਾਹ ਵੀ ਇਹੋ ਦੱਸ ਰਹੇ ਨੇ, ਮਾਇਆ ਮੋਹ ਸਭੋ ਜਗ ਸੋਇਆ। ਸਾਰਾ ਸੰਸਾਰ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ, ਕੋਈ ਇਸ ਨੂੰ ਪਤਾ ਨਹੀਂ ਕੱਲ ਮੇਰੇ ਨਾਲ ਕੀ ਹੋਣਾ ਹੈ। ਕੱਲ ਨਾਮ ਕਾਲ ਦਾ ਪਤਾ ਨਹੀਂ ਸਾਡੇ ਵਿੱਚੋਂ ਕਿੰਨੇ ਹੋਣਾ ਕਿ ਕਿੰਨੇ ਨਹੀਂ ਹੋਣਾ। ਅੱਜ ਮੈਨੂੰ ਸਵੇਰੇ ਸਵੇਰੇ ਜਲੰਧਰ ਤੋਂ ਇੱਕ ਫੋਨ ਆਇਆ ਕਿ 3 ਵਜੇ ਬੜੇ ਪ੍ਰੇਮੀ ਸਨ ਬਾਬਾ ਜੀ ਦੇ, ਉਹਨਾਂ ਨੇ ਵਧਾਈ ਦਿੱਤੀ ਆ ਆਪਣੀ ਘਰਵਾਲੀ ਨੂੰ ਵੀ ਤੁਹਾਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ। ਇਤਨੀ ਗੱਲ ਹੋਈ ਹੈ, ਸਤਿਗੁਰੂ ਆ ਗਏ, ਉਸ ਨੂੰ ਲੈ ਕੇ ਚਲੇ ਵੀ ਗਏ। ਪਤਾ ਨਹੀਂ ਉਹ ਘੜੀ ਕਿਹੜੀ ਸਾਡੇ ਤੇ ਆ ਜਾਣੀ ਹੈ। ਦਿਨੋਂ ਦਿਨ ਵਾਧਾ ਪੂਜੇ, ਕਾਲ ਦੇਖ ਰਿਹਾ ਵੇ ਕਦੋਂ ਮੈਂ ਇਸ ਨੂੰ ਆਪਣਾ ਖਾਜਾ ਬਣਾਵਾਂ। ਤੂੰ ਜਾਣਿਆ ਮੈਂ ਠੱਗਿਓ, ਆਪ ਕੋ ਤੂੰ ਹੀ ਠਗਾਵੇ। ਨਾਮ ਸੰਜੀਵਨੀ ਮੋਰ ਛੋੜ ਕੇ ਮੋਹਰ ਖਾਵੇ। ਅਸੀਂ ਉਹ ਅੰਮ੍ਰਿਤ ਚੀਜ਼ ਛੱਡ ਕੇ ਮੋਹਰਾ ਖਾ ਰਹੇ ਹਾਂ, ਜ਼ਹਿਰ ਖਾ ਰਹੇ ਹਾਂ ਅਸੀਂ। ਪਲਟੂ ਸ਼ੇਖੀ ਨਾ ਰਹੀ ਚੇਤ ਕਰੋ ਅਬ ਲਾਲ। ਤੂੰ ਕਿਉਂ ਗਫਲਤ ਮੈਂ ਫਿਰੇ, ਤੇਰੇ ਸਿਰ ਪਰ ਬੈਠਾ ਕਾਲ। ਸਾਡੇ ਸਾਰਿਆਂ ਦੇ ਸਿਰ ਤੇ ਉਹ ਕਾਲ ਮੰਡਰਾ ਰਿਹਾ, ਪਤਾ ਨਹੀਂ ਕਿਹੜੇ ਵੇਲੇ ਉਸ ਨੇ ਲੈ ਜਾਣਾ ਹੈ। ਫਰੀਦਾ ਕਾਹੇ ਗਰਬਿਆ ਕਾਲੇ ਕਰਕੇ ਕੇਸ, ਨਾ ਜਾਣੇ ਰੱਬ ਮਾਰਸੀ ਕਿਆ ਕਰ ਕਿਆ ਪਰਦੇਸ। ਪਤਾ ਨਹੀਂ ਉਸ ਮਾਲਕ ਨੇ ਕਿੱਥੇ ਮਾਰਨਾ, ਉਹਨੇ ਨਹੀਂ ਦੇਖਣਾ ਅਜੇ ਤੇਰੇ ਕਾਲੇ ਵਾਲ ਨੇ ਜਾਂ ਚਿੱਟੇ ਵਾਲ ਹੋਏ ਜਾਂ 80 ਸਾਲ ਦਾ ਹੋਏਗਾ ਲੈ ਕੇ ਜਾਣਾ ਹੈ। ਕੀ ਪਤਾ ਉਸਨੇ ਛੋਟੀ ਉਮਰ ਵਿੱਚ ਹੀ ਲੈ ਜਾਣਾ ਹੈ। ਇਹ ਉਸ ਦੀ ਮੌਜ ਹੈ, ਉਸ ਦੀ ਫਸਲ ਹੈ। ਜਦੋਂ ਮਰਜ਼ੀ ਵੱਢ ਲਵੇ, ਸਾਡਾ ਕੋਈ ਇਤਰਾਜ਼ ਨਹੀਂ। ਹਰੀ ਨਾਹੀ ਡਡੂਰੀ ਨਾਹੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਿਹੂਤਿਆ ਲਾਵੇ ਹੋਏ ਤਿਆਰ। ਹੁਕਮ ਹੋਇਆ ਕਿਰਸਾਨ ਦਾ ਤੋ ਲੁਣ ਮਿਨਿਆ ਖੇਤਾਰ। ਗੁਰੂ ਸਾਹਿਬ ਜੀ ਦੱਸਦੇ ਨੇ, ਉਹ ਹਰੀ ਨਹੀਂ ਦੇਖਦਾ, ਡਡੂਰੀ ਨਹੀਂ ਦੇਖਦਾ, ਪੱਕੀ ਨਹੀਂ ਦੇਖਦਾ। ਜਦੋਂ ਹੁਕਮ ਹੁੰਦਾ ਆ, ਉਹ ਜਮਦੂਤ ਆਉਂਦਾ ਹੈ, ਚਾਹੇ ਛੋਟੀ ਉਮਰ ਦਾ ਚਾਹੇ ਵੱਡੀ ਉਮਰ ਦਾ ਹੈ, ਜਮਦੂਤ ਨੂੰ ਉਸ ਨੂੰ ਮਾਰ ਕੇ ਲੈ ਜਾਂਦਾ ਹੈ। ਉਹ ਨਹੀਂ ਦੇਖਦਾ ਜੇ ਫਸਲ ਪੱਕੀ ਹੈ ਕਿ ਕੱਚੀ ਹੈ। ਜਦੋਂ ਕਿਸਾਨ ਕਿਸੇ ਆਪਣੇ ਨੌਕਰਾਂ ਨੂੰ ਹੁਕਮ ਦੇ ਦਿੰਦਾ, ਜਾਓ ਫਸਲ ਵੱਢ ਦਿਓ, ਉਹ ਵੱਢ ਦਿੰਦੇ, ਕੱਚੀ ਪੱਕੀ ਨਹੀਂ ਦੇਖਦੇ। ਇਸ ਤਰ੍ਹਾਂ ਹੀ ਉਹ ਕਾਲ ਭਗਵਾਨ ਦੇ ਜਿਹੜੇ ਹੈਗੇ ਆ ਨੌਕਰ ਹੈਗੇ ਜਮਦੂਤ, ਜਦੋਂ ਉਹਨਾਂ ਨੂੰ ਹੁਕਮ ਹੋਏਗਾ, ਬੇਸ਼ੱਕ ਸਾਡੇ ਕਿਤਨੇ ਵੀ ਕੰਮ ਰਹਿੰਦੇ ਹੋਣਗੇ, ਉਹ ਸਾਨੂੰ ਉਹ ਮਾਰ ਕੇ ਲੈ ਜਾਏਗਾ। ਉਹ ਨਹੀਂ ਦੇਖੇਗਾ ਇਸ ਦੀ ਉਮਰ ਬਹੁਤ ਛੋਟੀ ਹੈ। ਹਰੀ ਨਾਹੀ ਡਡੂਰੀ ਨਾਹੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਿਹੂਤਿਆ ਲਾਵੇ ਹੋਏ ਤਿਆਰ। ਹੁਕਮ ਹੋਇਆ ਕਿਰਸਾਨ ਦਾ ਤੋ ਲੁਣ ਮਿਨਿਆ ਖੇਤਾਰ। ਸਾਰਾ ਖੇਤ ਦਾ ਖੇਤ ਖਾਲੀ ਕਰ ਦਿੰਦੇ ਆ, ਲਾਵੇ। ਇਹ ਉਹ ਜਮਦੂਤ ਜਿਹੜਾ ਹੈ ਆਪਣੀ ਮਰਜ਼ੀ ਨਾਲ ਨਹੀਂ ਆਉਂਦਾ, ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ ਹੈ। ਹਰ ਜਿਉ ਕੀ ਹੈ ਸਭ ਸਰਕਾਰਾ, ਇਹ ਜਮ ਕਿਆ ਕਰੇ ਵਿਚਾਰਾ। ਇਹਦੇ ਵੱਸ ਕੁਛ ਨਹੀਂ, ਇਹ ਉਹਦੀ ਸਰਕਾਰ ਹੈ। ਜਿਸ ਤਰ੍ਹਾਂ ਕੋਈ ਗੌਰਮੈਂਟ ਨੇ ਮੁਲਾਜ਼ਮ ਰੱਖੇ ਆ, ਪੁਲਿਸ ਰੱਖੀ ਹੈ, ਜਿਹਦਾ ਹੁਕਮ ਹੁੰਦਾ ਹੈ
ਉਸ ਨੂੰ ਪਕੜ ਕੇ ਲੈ ਜਾਂਦੀ ਹੈ। ਇਹ ਵੀ ਜਿਹਦੀ ਵਾਰੀ ਆ ਜਾਂਦੀ ਹੈ ਪਕੜ ਕੇ ਲੈ ਜਾਂਦੇ ਆ। ਇਹ ਹਰ ਜੀਓ ਕੀ ਹੈ ਸਭ ਸਰਕਾਰਾ, ਇਹ ਜੰਮ ਕਿਆ ਕਰੇ ਵਿਚਾਰਾ। ਇਹ ਜੰਮ ਦਾ ਕੀ ਵਾਸਿਆ, ਜਿਸ ਦਾ ਹੁਕਮ ਹੁੰਦਾ ਹੈ ਉਸ ਨੂੰ ਇਹ ਪਕੜ ਕੇ ਲੈ ਜਾਂਦਾ ਹੈ ਆਪਣੇ ਦੇਸ਼। ਔਰ ਅਸੀਂ ਖਾਲੀ ਦੇ ਖਾਲੀ ਸਾਗ ਲਾਗੇ ਬੈਠੇ ਹੁੰਦੇ ਹਾਂ, ਕੁਛ ਨਹੀਂ ਕਰ ਸਕਦੇ। ਸਾਡੇ ਹੱਥਾਂ ਵਿੱਚੋਂ ਉਹ ਰੂਹ ਆਤਮਾ ਚਲੀ ਜਾਂਦੀ ਹੈ। ਸਵਾਏ ਰੋਣੇ ਤੋਂ ਸਾਡੇ ਪਾਸ ਕੁਛ ਨਹੀਂ ਹੁੰਦਾ। ਗੁਰੂ ਸਾਹਿਬ ਜੀ ਜੋ ਦੱਸ ਰਹੇ ਆ ਬਾਣੀ ਵਿੱਚ ਠੀਕ ਫਰਮਾ ਰਹੇ ਨੇ। ਬਾਣੀਆਂ ਸਾਡੇ ਪੜ੍ਹਨ ਪੜ੍ਹਾਉਣ ਵਾਸਤੇ ਨਹੀਂ ਰੱਖੀਆਂ। ਰੋਜ਼ ਬਾਣੀ ਪੜ੍ਹਦੇ ਹਾਂ, ਕਦੀ ਅਸੀਂ ਵਿਚਾਰ ਨਹੀਂ ਕਰਦੇ, ਸਾਧੂਆਂ ਦੇ ਪਾਸ ਨਹੀਂ ਜਾਂਦੇ। ਖਿੰਨ ਪਲ ਢਿਰ ਨਾ ਕੀਜੇ, ਜਾਏ ਸਾਧੂ ਚਰਨ ਲੱਗੀਜੇ। ਤੁਕ ਤੁਕ ਸਾਧੂ ਦੀ ਮਹਿਮਾ ਕਰ ਰਹੀ ਹੈ ਔਰ ਅਸੀਂ ਕਹਿ ਦਿੰਦੇ ਹਾਂ ਕੋਈ ਦੇਹਧਾਰੀ ਜਾਂ ਸਾਧੂ ਹੋਣਾ ਹੀ ਨਹੀਂ। ਭਾਈ ਕੌਣ ਸਮਝਾਏਗਾ ਸਾਨੂੰ? वेद ग्रंथ ਨੂੰ ਕੌਣ ਸਮਝਾਏਗਾ? वेद ग्रंथ गुर हट है, जित लग पौजल पार उतारा। बाज सतगुरु बूझे नहीं, जिचर धरे ना गुर अवतारा। ये सानू बगैर गुरु तो पता नहीं लगता, वो समझ नहीं आती सानू। संतां दी बाणी संत ही समझा सकते हैं। ठीक है, वेद ग्रंथ गुर हट है, तीसरी पातशाही ने लिखिया बाणी विच। जित लग पौजल पार उतारा, सानू इहदे विच रस्ते लिखे गए, दस्या गया है। इस तरह तुसी किनारे लग सकते हो, अपने देश जा सकते हो। पर बाज सतगुरु बूझे नहीं, जिचर धरे ना गुर अवतारा। जितनी देर कोई गुरु अवतार धारण करके वो सानू दसदा नहीं, सानू पता नहीं लगता बाणियां दा। बाणी संतां दी और संतां दी ही घटदी है। जो पंजवीं पातशाही सानू समझा रहे ने, बहुत प्यार नाल सानू समझा रहे ने। देखो उन्हां दी बाणी कितनी विचारण योग है। हाँ जी। एका संगत एकत ग्रह, बस ते मिल बात न करते पाई। गुरु साहब जी बहुत प्यार नाल सानू समझा रहे ने, एका ग्रह एकत ग्रह बसते मिल बात न करते पाई। ये अंदर दी गल आ। इसे शरीर दे अंदर साडी आत्मा है, इसे शरीर दे अंदर वो परमात्मा है। पर आपस में मिलते क्यों नहीं? असी एका ग्रह एकत ग्रह बसते मिल बात न करते पाई। क्यों नहीं मिलते? अगे गुरु साहब जी दसणगे की कमी है साडे विच, क्यों नहीं मिलते? एक दा मूँह इधर नूं होया, एक दा मूँह। आत्मा भी इस शरीर के अंदर है और परमात्मा भी इसे ग्रह के विच बसता है, लेकिन असी मिलते नहीं। जितनी देर असी आत्मा अपने सतगुरु नूं पछाण नहीं लैंदी, मिल नहीं जाती, इतनी देर ये भी सुखी नहीं हो सकती, अपने देश नहीं जा सकती। कौ न अबला कर सके, कौ न सिंध समाए, कौ न पावक मैं जले, किसनों काल न खाए। चार सवाल रखे है। कौ न अबला कर सके, बच्चा पैदा छोटी बच्ची नहीं कर सकती, कौ न अबला कर सके। नाम न सिंध समाए, नाम जड़ा समा नहीं सकता समुद्र के विच। कौ न पावक मैं चले, धर्म जड़ा है वह पावक विच अग विच नहीं सड़ता। और आत्मा नूं काल ना खाए, इस आत्मा नूं काल नहीं खा सकता। क्यों? ये अमर है, ये अमर है, इस नूं काल नहीं खा सकता। आत्मा नूं काल ना खाए। और धर्म जड़ा है अग विच नहीं सड़ता। अगर धर्म अग विच सड़ जाता हुंदा, जदों सीता जी की अग्नि परीक्षा हुई उदों उसने सड़ जाना चाहिए सी, लेकिन अग्नि परीक्षा विच पास हो के निकली, बिल्कुल पास होकर निकली। नहीं तो अग्नि अग तो साड़ देंदी है। धर्म ना पावक मैं जले, धर्म नहीं अग विच सड़ता। और आत्मा नूं काल नहीं खांदा। आत्मा सदा अमर है। लेकिन असी मिल किस तरह सकते हाँ? परमात्मा भी साडे अंदर है, आत्मा भी साडे अंदर है। आपस में गलबात नहीं इन्हां दी हुंदी। क्यों नहीं हुंदी? की कारण है? अगे गुरु साहब जी सानू समझाउणगे। एक वास्ते बिन पंच दुहेले, ओ वास्ते अगोचर ठाई। गुरु साहब जी बहुत प्यार नाल सानू समझा रहे हैं। एक बस्त बिन पंच दुहेले, ओ बस्त अगोचर ठाई। ये पंज काम क्रोध लोभ मोह अहंकार,
ਇਹ ਉਹਦੇ ਤੋਂ ਬਗੈਰ ਦੁਹੇਲੇ ਹੈ। ਉਹ ਜਿਹੜੀ ਬਸਤ ਹੈ ਬਹੁਤ ਉੱਚੇ ਥਾਂ ਹੈ, ਬਸਤ ਅਗੋਚਰ ਠਾਈ। ਕਿੱਥੇ ਹੈ ਉਹ ਬਸਤ? 10ਵਾਂ ਦੁਆਰਾ, ਅਗਮ ਪਾਰਾ, परम पुरुष की काटी, ऊपर हाट हाट विच आला, आले भीतर धाती। मालिक ने कित्थे रखी है? इत्थे उपर रखी है। इन्हां दे बस नहीं आउंदी। वो बस्त जिहड़ी अगोचर है, किसी दी गोचरी नहीं, वो है शब्द। तुलसी साहब भी शेख तकी नूं समझाया, ऐ तकी ना जाइयो जिनहार देखना। जे उस मालिक नूं मिलना तो बाहर तैनूं भड़कण दी लोड़ नहीं। ऐ तकी ना जाइयो जिनहार देखना, अपने आप में जलवाए दिलदार देखना। पुतली में तिल, तिल में बरा है राज, कुल का कुल इसी पर्दे से आए के जरा पार देखना। इन अखां दे पिछे, पुतली दे पिछे आओ। 14 तबक का हाल आया हो तुझे जरूर, गाफिल ना हो ख्याल से होशियार देखना। 14 तबक का हाल आवेगा, 7 आकाश 7 पताल। ये मुसलमानों की बाणी विच दसे गए है, लेकिन गुरु साहब ने कहा लाख आकाश लाख पताल, मरदानिया फिर परे तो परे। ये संतां दी बाणी है। 14 तबक का हाल आया हो तुझे जरूर, गाफिल ना हो ख्याल से होशियार देखना। देखी किते मोह माया दी नींद बिच तू सुत्ता ना रह जाई, होशियार होके देखी कल्ले बैठी। मुर्शदे कामिल से मिल, सिद्दक और सबूरी से तकी, जो तुझे देगा फहम शाहरक को पाने के लिए। सिद्दक सबूरी वाले महापुरुषों की लोड़ है। वो ऐसे महापुरुष सानू मिल जान, उन्होंने साथ मिल जाए, फिर सानू नामदान देंगे। फिर कहते गोश बातन, किते कल्ले बैठ के नुकरे बैठ के याद करी रोमी, याद करी उहदे बैराग विच तेन जरूर मिलणगे। गोश बातन हो कुशादा, जो करे कुछ दिन अमल, फिर सानू उसने कुछ ना कुछ दिखाई देगा। रोज नवे तो नवा साडे अगे आएगा। बुल्ले शाह ने बाणी विच लिखिया, इश्क दी नवीओ नवी बहार। जदों रोज राज बैठांगे, रात नूं रोज याद करांगे, अज कुछ होर गुरु साहब जी दिखाउणगे, कल कुछ नवे तो नवा दिखाउणगे। गोश बातन हो कुशादा, यो करे कुछ दिन अमल, ला इलाहा अल्लाहु अकबर पे जाने के लिए। जे सदाए तुलसी की है, आमिल अमल कर ध्यान दे, कुन कुरान में है लिखा, अल्लाह अकबर के लिए। तुलसी साहब जी समझाते हैं शेख तकी नूं कि मैं नहीं कह रहा, ये कुन कुरान दे विच भी लिखिया होया है मालिक नूं मिलण दा रस्ता, पर असी उसका साथ छड्ड दिंदे, असी उसका साथ छड्ड दिंदे, उसदे पंजे नूं छड्ड दिंदे हां। ऐ तकी तकते रहो, मुर्शद ने दस्त पंजा दिया, बेहोश हो मत छोड़ियो गर चाहे तो जलवा पिया। कहते देख किते बेहोशी विच आके उहदा नामदान छड्ड ना देई, उहदा पंजा छड्ड ना देई। गर चाहे तो जलवा पिया, होगा फजल दरगाह तक खौफो खतर की या नहीं। सीधा दरगाह विच जाएगा, तेन कोई डर खतरा नहीं, अगर सतगुरु का आसरा तेरे पास होएगा, उहदा पंजा नाल होएगा तेरे। खौफो खतर की या नहीं, सीधे चले जाना वहाँ, मुर्शद ने तुझे फतवा दिया। वो जो तेन दसिया है अगे पिछे ना देखी, बड़े लुटेरे बैठे राह विच लुटन वास्ते, माया बैठी है घेर लैंदी है, कई रूप बना लैंदी है, अगे हो जाती है साधुआं दे, लुट लैंदी है रस्ते विच। उधर ना देखी, सीधे चले जाना वहाँ, मुर्शद ने तुझे फतवा दिया। मंसूर सरमद बू अली और शम्स मौलाना हुए, पहुंचे सभी इस राह से जिसने के दिल पुख्ता किया। सारे की मिसाल दे के दसी है, इत्थे पुख्ता होने की लोड़ है, मजबूत होने की लोड़ है। वेखी किते 2 दिन भजन बैठ के जे किते डर लगे तो कि छड्ड ना दी तू, बहुत डराउण वाली चीज़ां आउणगियां। डाकनी शाकनी बहु किलकारे, जम कंकर दूत हंकारे, पर सतनाम सुन भागे सारे, जब सतगुरु नाम उचारा है। जदों सतगुरु का नाम कोई औखी भारी बनती है साडे दे रस्ते ते, अपने सतगुरु नूं याद करिए। सारे कई बार कई दसदे है सानू चीज़ां डराउंदियां भजन ते बैठिया, पर पिछे नहीं हटना, अपने सतगुरु का नाम याद करिए, फिर असी अपने मिशन विच कामयाब हो जावांगे। डरना नहीं कि नाम तो वड्डी कोई ताकत नहीं जिहड़ी सानू डरा सके। ये वो नाम है जिसने जमीन आसमान खड़ा किया होया, बहुत वड्डी ताकत है। अगर बचा सकता है सानू पूरा सतगुरु बचाएगा।
ਉਹਦੀ ਸਿੱਖਿਆ ਤੇ ਚੱਲਾਂਗੇ, ਉਹ ਸਾਨੂੰ ਜ਼ਰੂਰ ਬਚਾਏਗਾ। ਗੁਰੂ ਸਾਹਿਬ ਜੀ ਜੋ ਦੱਸ ਰਹੇ ਨੇ ਬਾਣੀ ਵਿੱਚ ਬਿਲਕੁਲ ਠੀਕ ਫਰਮਾ ਰਹੇ ਨੇ। ਹਾਂਜੀ, ਜਿਸ ਕਾ ਗ੍ਰਹਿ ਤਿਨ ਦੀਆ, ਬਗੈਰ ਗੁਰੂ ਤੋਂ ਇਹ ਜਿੰਦਰਾ ਖੁੱਲਦਾ ਨਹੀਂ। ਐਸਾ ਸਤਿਗੁਰੂ ਮਿਲੇ ਜਿਸਨੇ ਜਿੰਦਰਾ ਖੋਲਿਆ ਆਪਣਾ। ਇਸ ਕਾਇਆ ਅੰਦਰ ਬਸਤ ਅਸੰਖਾ, ਗੁਰਮੁਖ ਸੱਚ ਮਿਲੇ ਤਾਂ ਦੇਖਾਂ। ਐਸਾ ਗੁਰੂ ਮਿਲ ਜਾਏ, ਐਸੇ ਗੁਰਮੁਖ ਮਿਲ ਜਾਣ। ਪਰ ਇਹ ਉਸ ਅਕਾਲ ਪੁਰਖ ਦਾ ਕਾਨੂੰਨ ਹੈ, ਜਿਸ ਕਾ ਗ੍ਰਹਿ ਤਿਸ ਦੀਆ ਤਾਲਾ। ਚਾਬੀ ਕਿਸ ਨੂੰ ਦੇ ਦਿੱਤੀ? ਕਿਸੇ ਬਾਹਰ ਚੋਰ ਨੂੰ ਨਹੀਂ ਫੜਾਈ, ਕਿਸੇ ਹੱਟੀ ਵਾਲੇ ਨੂੰ ਨਹੀਂ ਦਿੱਤੀ, ਕਿਸੇ ਰਾਈ ਨੂੰ ਨਹੀਂ ਦਿੱਤੀ। ਕੁੰਜੀ ਗੁਰ ਸੰਪਾਈ, ਗੁਰੂ ਦੇ ਪਾਸ ਚਾਬੀ ਹੈ। ਉਹ ਕਿਸ ਤਰ੍ਹਾਂ ਲੈ ਸਕਦੇ ਹਾਂ? ਜਿਹਦੇ ਪਾਸੋਂ ਪਿਆਰ ਨਾਲ ਲੈ ਸਕਦੇ ਹਾਂ, ਜਾਂ ਰੋਬ ਨਾਲ ਲੈ ਸਕਦੇ ਹਾਂ, ਜਾਂ ਮਾਇਆ ਨਾਲ ਲੈ ਸਕਦੇ ਹਾਂ, ਜਾਂ ਕੋਈ ਹੋਰ ਤਰੀਕੇ ਨਾਲ ਲੈ ਸਕਦੇ ਹਾਂ। ਇਹ ਗੁਰੂ ਸਾਹਿਬ ਜੀ ਦੱਸਣਗੇ ਅਸੀਂ ਉਸ ਚਾਬੀ ਨੂੰ ਕਿਸ ਤਰ੍ਹਾਂ ਲੈ ਸਕਦੇ ਹਾਂ। ਹਾਂਜੀ, ਅਨਕ ਉਪਾਉ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਸਾਨੂੰ ਸਮਝਾ ਰਹੇ ਨੇ, ਅਣਕ ਉਪਾਉ ਕਰੇ ਨਹੀਂ ਪਾਵੇ। ਜਿਤਨੇ ਮਰਜ਼ੀ ਅਸੀਂ ਆਪਣੇ ਯਤਨ ਕਰ ਲਈਏ, ਉਸ ਚੀਜ਼ ਨੂੰ, ਕੁੰਜੀ ਨੂੰ ਅਸੀਂ ਲੈ ਨਹੀਂ ਸਕਦੇ। ਜਿਤਨੇ ਦੇਰ ਅਸੀਂ ਸਤਿਗੁਰਾਂ ਦੇ ਪਾਸ ਨਹੀਂ ਜਾਂਦੇ, ਸਾਧੂਆਂ ਦੇ ਪਾਸ ਨਹੀਂ ਜਾਂਦੇ, ਕਿਉਂਕਿ ਇਹ ਸੰਤ ਮਹਾਂਪੁਰਸ਼ ਸਤਿਪੁਰਸ਼ ਦੀਆਂ ਉੱਥੋਂ ਉਸ ਦਰਬਾਰ ਦੀਆਂ ਭੇਜੀਆਂ ਹੋਈਆਂ ਸਰਕਾਰਾਂ ਹੁੰਦੀਆਂ ਨੇ। ਇਹਨਾਂ ਦੇ ਹੱਥ ਵਿੱਚ ਸਭ ਕੁਝ ਹੁੰਦਾ ਹੈ, ਜੋ ਚਾਹਣ ਕਰ ਸਕਦੇ ਨੇ। ਗੁਰ ਕਰਤਾ ਗੁਰ ਕਰਨੇ ਯੋਗ, ਜੋ ਚਾਹਣ ਕਰ ਸਕਦੇ ਨੇ। ਚਾਬੀ ਇਹਨਾਂ ਦੇ ਪਾਸ ਹੈ। ਕਿਸ ਤਰ੍ਹਾਂ ਮਿਲੇਗੀ? ਅਣਕ ਪਾਓ ਕਰੇ ਨਹੀਂ ਪਾਵੇ। ਜਿਤਨੇ ਮਰਜ਼ੀ ਯਤਨ ਕਰ ਲਈਏ, ਬਾਹਰ ਦੇ ਅਸੀਂ ਨਹੀਂ ਪਾ ਸਕਦੇ ਇਸ ਨੂੰ। ਬਿਨ ਸਤਿਗੁਰੂ ਸ਼ਰਨ ਆਈ, ਜਿਤਨੇ ਦੇਰ ਉਹਨਾਂ ਦੀ ਸ਼ਰਨ ਵਿੱਚ ਜਾਵਾਂਗੇ, ਉਹਨਾਂ ਨਾਲ ਪਿਆਰ ਕਰਾਂਗੇ, ਉਹਨਾਂ ਦੇ ਦੱਸੇ ਹੋਏ ਬਚਨ ਮੰਨਾਂਗੇ, ਜੋ ਉਹ ਕਹਿਣ ਉਹ ਅਸੀਂ ਕਰੀਏ, ਫਿਰ ਸਾਡੇ ਤੇ ਦਿਆਲ ਹੋ ਕੇ ਉਹ ਚਾਬੀ ਦੇ ਦੇਣਗੇ। ਸਤਿਗੁਰ ਹਾਥ ਕੁੰਜੀ ਔਰ ਦਰ ਖੁੱਲੇ ਨਾਹੀਂ, ਪਰ ਪੂਰੇ ਭਾਗ ਮਲਾਵਣਿਆ। ਬਹੁਤ ਵੱਡੇ ਕਰਮ ਹੋਣ ਸਾਡੇ, ਐਸੇ ਸੰਤ ਮਹਾਂਪੁਰਸ਼ ਮਿਲਦੇ ਆ ਸਾਨੂੰ। ਬੜੇ ਉੱਚੇ ਕਰਮ ਹੋਏ। ਇਸ ਦਰਬਾਰ ਵਿੱਚ ਤੁਸੀਂ ਆ ਕੇ ਬੈਠੇ ਹੋ। ਇਹ ਸੀਲਬੰਤ ਸਤਿਗੁਰੂ ਦਾ ਦਰਬਾਰ ਹੈ। ਆਮ ਦਰਬਾਰ ਬਹੁਤ ਹੈਗੇ ਆ, ਪਰ ਸੀਲਬੰਤ ਸਤਿਪੁਰਸ਼ ਦਾ ਦਰਬਾਰ ਨਹੀਂ ਮਿਲਦਾ। ਸਾਧੂ ਬਹੁਤ ਨੇ ਜਿਨ੍ਹਾਂ ਨੇ ਇਹਨਾਂ ਨਾਲ ਪਿਆਰ ਪਾ ਲਿਆ, ਜਿਨ੍ਹਾਂ ਪਿਆਰ ਕਰ ਲਿਆ, ਜਿਹਦਾ ਵੀ ਆਪਣੇ ਸਤਿਗੁਰੂ ਨਾਲ ਪਿਆਰ ਹੋ ਗਿਆ, ਫਿਰ ਉਧਰ ਦਾ ਹੀ ਉਹ ਹੋ ਕੇ ਰਹਿ ਗਿਆ। नजारे सनम दीवार कह कहा है, जिसने उधर को झंका फिर इधर का कहा है। जिहदा सतगुरु दे नाल प्यार हो गया, वो फिर उहदा हो गया, वो फिर इधर दा दुनिया दा नहीं रहा। वो दुनिया वाले पास्यों मोह टुट गया उसका। चाइना दे विच एक दीवार है, बहुत लंबी दीवार है। उसनूं नज़ारे सनम दीवार कह कहा है, कह कहा उसका नाम है। ਜਦੋਂ ਕੋਈ ਆਦਮੀ ਉਧਰ ਨੂੰ ਝਾਕ ਕੇ ਦੇਖਦਾ, ਉਧਰ ਹੀ ਡਿੱਗ ਪੈਂਦਾ। ਉਹ ਇਸ ਹਿਸਾਬ ਦੀ ਬਣੀ ਹੋਈ ਹੈ। ਨਜ਼ਾਰੇ ਸਨਮ ਦੀਵਾਰ ਕਹਿ ਕਹਾ ਹੈ, ਜਿਸਨੇ ਉਧਰ ਕੋ ਜਾਂਕਾ ਫਿਰ ਇਧਰ ਕਾ ਕਹਾ ਹੈ। ਇਹ ਹੈ ਸਤਿਗੁਰਾਂ ਦਾ ਪਿਆਰ। ਜਿਹੜਾ ਨਾ ਕਰ ਲਿਆ, ਉਹਦਾ ਹੀ ਰੂਪ ਹੋ ਗਏ। ਪੰਜਵੀਂ ਪਾਤਸ਼ਾਹੀ, ਚੌਥੀ ਪਾਤਸ਼ਾਹੀ ਦਾ ਰੂਪ ਹੋ ਚੁੱਕੇ ਸਨ। ਇਸ ਕਰਕੇ ਉਹਨਾਂ ਨੇ ਬਾਣੀਆਂ ਲਿਖ ਰਹੇ ਆ, ਆਪ ਹੋ ਕੇ ਫਿਰ ਲਿਖਿਆ। ਜਿਸ ਤਰ੍ਹਾਂ ਉਹਨਾਂ ਨੂੰ ਉਹ ਕੁੰਜੀ ਮਿਲੀ, ਚੌਥੀ ਪਾਤਸ਼ਾਹੀ ਦੇ ਪਾਸੋਂ ਉਹਨਾਂ ਨੇ ਬਚਨ ਮੰਨਿਆ, ਜਿੱਥੇ ਭੇਜਿਆ ਉੱਥੇ ਗਏ। ਫਿਰ ਉਹਨਾਂ ਤੋਂ ਸੱਦੇ ਤੋਂ ਬਗੈਰ ਨਹੀਂ ਆਏ, ਔਰ ਸਤਿਗੁਰੂ ਖੁਸ਼ ਹੋ ਗਏ। ਉਹਨਾਂ ਚਿੱਠੀਆਂ ਦੇ ਵਿੱਚ ਪਿਆਰ ਦੇਖੋ ਸਤਿਗੁਰੂ ਦਾ। ਫਿਰ ਉਹ ਕੁੰਜੀ ਮਿਲੀ। ਕੁੰਜੀ ਕਿਤੇ ਐਵੇਂ ਨਹੀਂ ਸਤਿਗੁਰੂ ਦੇ ਦਿੰਦਾ ਰਾਹ ਜਾਂਦਿਆਂ ਨੂੰ। ਉਹ ਦੇਖਦਾ ਹੈ ਇਹ ਕੁੰਜੀ ਸੰਭਾਲ ਸਕੇਗਾ, ਇਸ ਨੂੰ ਬਰਦਾਸ਼ਤ ਕਰ ਸਕੇਗਾ। ਉਸ ਦੇਸ਼ ਨੂੰ ਜਦੋਂ ਜਾਏਗਾ, ਰਸਤੇ ਵਿੱਚ ਜੋ ਦੇਖੇਗਾ, ਇਹ ਕਰ ਸਕੇਗਾ। हम उस देश के वासी हैं जहां पार ब्रह्म का खेल, दीवा बले अगम का बिन बाती बिन तेल। ਉਹ ਦੇਸ਼, ਉਹ ਸਾਡਾ ਦੇਸ਼ ਹੈ। ਉਸ ਦੇਸ਼ ਦੀ ਚਾਬੀ ਸਾਨੂੰ ਮਿਲ ਜਾਂਦੀ ਹੈ। ਕਿੱਥੋਂ ਮਿਲਦੀ ਹੈ? ਗੁਰੂ ਦੇ ਪਾਸੋਂ। ਉਹਦੀ ਸ਼ਰਨ ਵਿੱਚ ਜਾਵਾਂਗੇ ਫਿਰ ਮਿਲੇਗੀ। ਜੋ ਗੁਰੂ ਸਾਹਿਬ ਜੀ ਸਾਨੂੰ ਪਿਆਰ ਨਾਲ ਸਮਝਾ ਰਹੇ ਨੇ ਆਪਣੀ ਬਾਣੀ ਦੁਆਰਾ, ਬਹੁਤ ਹੀ ਪਿਆਰ ਨਾਲ ਸਾਨੂੰ ਦੱਸ ਰਹੇ ਨੇ ਵੀ ਚਾਬੀ ਸਾਨੂੰ ਕਿਸ ਤਰ੍ਹਾਂ ਮਿਲੇਗੀ। ਹਾਂਜੀ, ਜਿਨ ਕੇ ਬੰਧਨ ਕਾਟੇ ਸਤ ਹੈ ਗੁਰ,
ਤਿਨ ਸਾਧ ਸੰਗਤ ਲਿਵ ਲਾਈ। ਗੁਰੂ ਸਾਹਿਬ ਜੀ ਬਹੁਤ ਪਿਆਰ ਨਾਲ ਸਾਨੂੰ ਸਮਝਾ ਰਹੇ ਨੇ, ਜਿਨ ਕੇ ਬੰਧਨ ਕਾਟੇ ਸਤਿਗੁਰੂ। ਉਹ ਸਤਿਗੁਰੂ ਮਿਹਰਬਾਨ ਹੋ ਜਾਣ, ਜਿਨ੍ਹਾਂ ਦੇ ਉਹ ਬੰਧਨ ਕੱਟ ਦਿੰਦੇ ਆ। ਫਿਰ ਸਾਧ ਸੰਗਤ, ਆਪਣੀ ਸਾਧ ਸੰਗਤ ਬਹੁਤ ਉੱਚੀ ਹੁੰਦੀ ਹੈ ਸੰਤਾਂ ਮਹਾਂਪੁਰਸ਼ਾਂ ਦੀ, ਆਪਣੀ ਸਾਧ ਸੰਗਤ ਨਾਲ ਮਿਲਾ ਲੈਂਦੇ ਨੇ ਉਹ। ਪਰ ਜਿਹਦੇ ਤੇ ਉਹ ਮਿਹਰਬਾਨ ਹੋ ਜਾਵੇ, ਤੁਰ ਕਰਮ ਪਾਇਆ ਤੁਧ ਜਾਂ ਕੋ ਸੋ ਨਾਮ ਹਰ ਕੇ ਲਾਗੇ। ਪਿਛਲਾ ਵੀ ਕਰਮ ਹੁੰਦਾ ਜੀਵ ਦਾ, ਫਿਰ ਅਸੀਂ ਸੰਤਾਂ ਮਹਾਂਪੁਰਸ਼ਾਂ ਦੇ ਪਾਸ ਜਾਂਦੇ ਹਾਂ। ਪਰ ਅਸੀਂ ਸਤਿਗੁਰਾਂ ਨੂੰ ਆਪ ਨਹੀਂ ਲੱਭ ਸਕਦੇ। ਸਤਿਗੁਰੂ ਸਜਾਖਾ ਹੈ, ਆਪਣੇ ਰੂਹਾਂ ਨੂੰ ਉਹ ਲੱਭ ਕੇ ਲਿਆਉਂਦਾ ਹੈ। ਕਈ ਵਾਰੀ ਅਸੀਂ ਇਹ ਦੇਖਦੇ ਰਹੇ ਹਾਂ, ਬਾਬਾ ਜੀ ਐਸੀ ਜਗ੍ਹਾ ਜਾਣਾ ਜਿੱਥੇ ਥੋੜ੍ਹੇ ਜਿਹੇ ਬੰਦੇ ਹੋਣੇ, ਸੋਚਣਾ ਬਾਬਾ ਜੀ ਇੱਥੇ ਸੰਗਤ ਹੀ ਹੈ ਨਹੀਂ, ਇੱਥੇ ਬਾਬਾ ਜੀ ਆਏ। ਪਰ ਸਾਨੂੰ ਹੁਣ ਪਤਾ ਲੱਗਦਾ ਹੈ ਉੱਥੇ ਬਾਬਾ ਜੀ ਦੀਆਂ ਰੂਹਾਂ ਸੀ, ਆਪਣੇ ਰੂਹਾਂ ਨੂੰ ਕੱਢ ਕੱਢ ਕੇ ਲਿਆਉਂਦੇ ਸੀ ਬਾਬਾ ਜੀ, ਵੀ ਇਹ ਸਾਡੀਆਂ ਰੂਹਾਂ ਹੈ। ਚਾਹੇ ਇੱਕ ਰੂਹ ਪਿੱਛੇ ਉਹਨਾਂ ਨੂੰ ਜਾਣਾ ਪੈਂਦਾ ਸੀ, ਪਰ ਬਾਬਾ ਜੀ ਜਾਂਦੇ ਸਨ। ਕਿਸੇ ਨਾ ਕਿਸੇ ਬਹਾਨੇ ਉਸ ਜਗ੍ਹਾ 'ਤੇ ਜਾ ਕੇ ਖਲੋ ਜਾਣਾ ਬਾਬਾ ਜੀ ਨੇ, ਉੱਥੇ ਆ ਕੇ ਉਹਨਾਂ ਦੀ ਸੰਗਤ ਬੰਦਿਆਂ ਨਾਲ ਆਉਣਾ, ਮੱਥਾ ਟੇਕਣਾ, ਕਹਿਣਾ ਕੌਣ ਨੇ ਮਹਾਂਪੁਰਸ਼। ਉਹ ਵੀ ਕੁਛ ਲੈ ਗਏ, ਉਹਨਾਂ ਦੇ ਰੂਹਾਂ ਸਨ, ਜਾਂਦੇ ਸਨ, ਕਰਮ ਬਣਾ ਕੇ ਜਾਂਦੇ ਜਾਂਦੇ। ਇਹ ਸੰਤਾਂ ਮਹਾਂਪੁਰਸ਼ਾਂ ਵਿੱਚ ਤਾਕਤ ਹੈ। ਉਹ ਜੋ ਚਾਹਣ, ਉਹਨਾਂ ਨੂੰ ਪਤਾ ਸਾਡੀਆਂ ਰੂਹਾਂ ਕਿੱਥੇ ਕਿੱਥੇ ਫਸੀਆਂ। ਜਿੱਥੇ ਕੋਈ ਉਹਨਾਂ ਨੂੰ ਯਾਦ ਕਰਦਾ, ਉਹਨਾਂ ਨੂੰ ਅੰਦਰ ਸਭ ਪਤਾ ਹੁੰਦਾ ਹੈ। ਅੰਦਰ ਦੇ ਰਸਤੇ ਵੱਖਰੇ ਹੈ, ਬਾਹਰ ਦੇ ਰਸਤੇ ਕੋਈ ਟੈਲੀਫੋਨ ਕਰਦਿਆਂ ਟਾਈਮ ਲੱਗਦਾ ਹੈ। ਅਗਰ ਸਤਿਗੁਰਾਂ ਨੂੰ ਅਸੀਂ ਸੱਚੇ ਦਿਲੋਂ ਯਾਦ ਕਰੀਏ, ਕੋਈ ਔਖੀ ਪਾਰੀ ਹੋਵੇ, ਕਈ ਇਹੋ ਜਿਹੇ ਸਬੂਤ ਮਿਲਦੇ ਨੇ ਕਿ ਬਾਬਾ ਜੀ ਆਏ ਔਰ ਆ ਕੇ ਸਾਨੂੰ ਨਾਲ ਲੈ ਕੇ ਚਲੇ ਗਏ। ਲਾਂਗੜੀਆਂ ਸਤਸੰਗ ਹੋਇਆ, ਦੋ ਪ੍ਰੇਮੀਆਂ ਨੇ ਦੇਖਿਆ, ਸਾਨੂੰ ਤਾਂ ਕੋਈ ਪਤਾ ਨਹੀਂ, ਇਸ ਯੋਗ ਨਹੀਂ, ਪਰ ਦੋਵੇਂ ਬਾਬਾ ਜੀ ਸੰਗਤ ਦੇ ਦੁਆਲੇ ਦੁਆਲੇ ਕਰ ਰਹੇ ਸੀ, ਖੁੰਡੀ ਲੈ ਕੇ ਦਇਆ ਦੇ ਰਹੇ ਸੀ। ਆਪ ਉਹਨਾਂ ਬੰਦਿਆਂ ਨੇ ਦੱਸਿਆ ਵੀ ਬਾਬਾ ਜੀ ਆ ਫਿਰਦੇ ਜੇ ਸਾਹਮਣੇ, ਤੁਸੀਂ ਦੇਖੋ ਸਾਨੂੰ ਲੱਭਦੇ, ਤੁਹਾਨੂੰ ਕਿਉਂ ਨਹੀਂ ਲੱਭਦੇ? ਸਾਨੂੰ ਲੱਭ ਰਹੇ, ਬਾਬਾ ਜੀ ਸਾਹਮਣੇ ਫਿਰ ਰਹੇ ਆ। ਲੰਗਰ ਵੱਲ ਗਏ ਆ, ਉੱਪਰ ਗਏ ਆ, ਸਟੇਜ ਦੇ ਲਾਗੇ ਸਟੇਜ ਤੇ ਬੈਠੇ ਆ। ਉਹ ਹੈ ਸ਼ਬਦ ਸਰੂਪੀ ਮਹਾਂਪੁਰਸ਼, ਉਹ ਨਹੀਂ ਦੁਨੀਆ ਤੋਂ ਜਾਂਦੇ। ਅੰਨ ਸਰੂਪੀ ਸਤਿਗੁਰੂ ਨਹੀਂ ਇਹ ਕਰ ਸਕਦਾ, ਸ਼ਬਦ ਸਰੂਪੀ ਸਤਿਗੁਰੂ ਆਪਣੇ ਸਿੱਖ ਦੀ ਸੰਭਾਲ ਕਰਦਾ ਹੈ। ਹਰ ਵਕਤ ਸਾਡੀ ਸੰਭਾਲ ਕਰ ਰਹੇ ਨੇ। ਇਹ ਉਹਨਾਂ ਦਾ ਦਰਬਾਰ ਹੈ ਜੋ ਗੁਰੂ ਸਾਹਿਬ ਜੀ ਬਾਣੀ 'ਚ ਦੱਸ ਰਹੇ ਆ, ਠੀਕ ਦੱਸ ਰਹੇ ਨੇ। ਹਾਂਜੀ। ਪੰਚ ਜਨਾ ਮਿਲ ਮੰਗਲ ਗਾਇਆ, ਹਰੇ ਨਾਨਕ ਭੇਦ ਨ ਪਾਈ। ਗੁਰੂ ਸਾਹਿਬ ਜੀ ਬਹੁਤ ਪਿਆਰ ਨਾਲ ਸਾਨੂੰ ਸਮਝਾ ਰਹੇ ਨੇ, ਪੰਜ ਜਨਾ ਮਿਲ ਮੰਗਲ ਗਾਇਆ। ਉਹ ਪੰਜ ਜਨਾ ਕਿਹੜੇ ਆ? ਸੀਲ, ਸ਼ਿਮਾ, ਸੰਤੋਖ, ਵਿਵੇਕ, ਧੀਰਜ। ਇਹਨਾਂ ਮੰਗਲ ਕਦੋਂ ਗਾਇਆ? ਜਦੋਂ ਸਾਡੇ ਅੰਦਰੋਂ ਉਹ ਪੰਜ ਚੋਰ ਨਿਕਲ ਗਏ, ਫਿਰ ਮੰਗਲਾਚਾਰ ਹੋਇਆ, ਖੁਸ਼ੀ ਹੋਈ। ਫਿਰ ਹਰ ਨਾਨਕ ਭੇਦ ਨਾ ਪਾਈ। ਗੁਰੂ ਸਾਹਿਬ ਜੀ ਦੱਸ ਰਹੇ ਨੇ, ਜਦੋਂ ਇਹ ਅੰਦਰੋਂ ਨਿਕਲ ਗਏ, ਫਿਰ ਮੰਗਲਾਚਾਰ ਹੋ ਰਿਹਾ ਹੈ। ਅੰਦਰੋਂ ਸਭ ਦਬੈਤ ਨਿਕਲ ਗਈ, ਕਾਮ ਨਿਕਲ ਗਿਆ। ਇਹ ਵੀ ਬੜੇ ਬੜੇ ਠੱਗ ਬੈਠੇ ਸੀ ਅੰਦਰ, ਠੱਗਣ ਵਾਲੇ। ਫਿਰ ਖੁਸ਼ੀਆਂ ਹੀ ਖੁਸ਼ੀਆਂ। ਜਦੋਂ ਰੂਹ ਇਸ ਦਰਬਾਰ ਵਿੱਚੋਂ ਜਾ ਕੇ ਕੋਈ ਸੱਚਖੰਡ ਸਤਿਗੁਰੂ ਲੈ ਕੇ ਜਾਂਦੇ ਨੇ, ਦੇਖੋ ਉਹਦਾ ਚਿਹਰਾ ਲਾਲ ਹੋ ਜਾਂਦਾ। ਬੇਸ਼ੱਕ ਅੱਗੋਂ ਪਿੱਛੋਂ ਬਿਮਾਰ ਹੋਣਗੇ, ਪਰ ਜਦੋਂ ਸਤਿਗੁਰੂ ਆਪ ਲੈਣ ਆਉਂਦੇ ਆ, ਪੱਕੀ ਨਿਸ਼ਾਨੀ ਹੈ। ਜੀਵਦਿਆਂ ਹਰ ਜਪਿਆ, ਮਰਦਿਆਂ ਹਰ ਰੰਗ, ਜਨਮ ਪਦਾਰਥ ਤਾਰਿਆ, ਨਾਨਕ ਸਾਧੂ ਸੰਗ। ਜੀਵਦਿਆਂ ਜਿਨ੍ਹਾਂ ਹਰ ਜਪਿਆ, ਮਰਦਿਆਂ ਹਰੀ ਦਾ ਰੰਗ ਚੜ ਗਿਆ ਉਹਨਾਂ ਨੂੰ, ਪਰ ਜਨਮ ਪਦਾਰਥ ਤਾਰਿਆ, ਨਾਨਕ ਸਾਧੂ ਸੰਗ। ਅਜੇ ਤੱਕ ਕਿਤੇ ਨਹੀਂ ਲਿਖਿਆ ਕਿ ਸਾਧੂ ਤੋਂ ਬਗੈਰ ਕਿਸੇ ਜਗ੍ਹਾ ਜਗ੍ਹਾ ਸਾਧੂ ਦੀ ਮਹਿਮਾ ਹੋਈ ਹੈ। ਖਿੰਨ ਪਲ ਢਿਲ ਨਾ ਕੀਜੇ, ਜਾਏ ਸਾਧੂ ਚਰਨ ਲਗੀਜੇ। ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰੂ ਸ਼ਰਨ ਪਵੀਜੇ। ਜਗ੍ਹਾ ਜਗ੍ਹਾ ਸਾਧੂ ਦੀ ਸੋਭਾ ਕੀਤੀ ਗਈ, ਉਹ ਬਚਾ ਸਕਦਾ ਹੈ। ਫਿਰ ਉੱਥੇ ਕੀ ਹੋਇਆ? ਮੰਗਲਾਚਾਰ ਹੋਇਆ। ਹਰ ਨਾਨਕ ਭੇਦ ਨਾ ਪਾਈ। ਆਮ ਬੰਦੇ ਨੂੰ ਕਿਸੇ ਨੂੰ ਭੇਦ ਨਹੀਂ, ਉਹ ਸਤਿਗੁਰਾਂ ਨੂੰ ਭੇਦ ਹੈ। ਮੰਗਲਾਚਾਰ ਕਿਹਨਾਂ ਕੀਤਾ? ਅੰਦਰ ਦੇ ਸ਼ਾਹੂਕਾਰ ਜਾਗ ਪਏ, ਸਾਡੇ ਚੋਰ ਬਾਹਰ ਨਿਕਲ ਗਏ। ਸੀਲ ਆ ਗਿਆ, ਕਾਮ ਦੀ ਜਗ੍ਹਾ ਸ਼ਿਮਾ, ਕ੍ਰੋਧ ਦੀ ਜਗ੍ਹਾ ਸੰਤੋਖ, ਵਿਵੇਕ, ਧੀਰਜ। ਪੰਜ ਨਿਕਲ ਗਏ और ਪੰਜ ਆ ਗਏ।
ਸਾਡੇ ਅੰਦਰੋਂ ਬਿਮਾਰੀਆਂ ਨਿਕਲ ਗਈਆਂ। ਜਿਸ ਦੇ ਅੰਦਰ ਬਿਮਾਰੀ ਕੋਈ ਹੁੰਦੀ ਹੈ ਨਿਕਲ ਜਾਂਦੀ ਹੈ, ਉਸ ਦੇ ਅੰਦਰ ਖੁਸ਼ੀ ਹੋ ਜਾਂਦੀ ਹੈ ਕਿ ਮੈਂ ਹੁਣ ਠੀਕ ਹੋ ਗਿਆ। ਲੇਕਿਨ ਜਿਤਨਾ ਚਿਰ ਸਾਡੇ ਅੰਦਰ ਇਹ ਪੰਜ ਬੈਠੇ ਹੈ, ਅਸੀਂ ਠੀਕ ਨਹੀਂ ਹੋ ਸਕਦੇ, ਅਸੀਂ ਬਿਮਾਰ ਹਾਂ। ਅਸੀਂ ਸਮਝਦੇ ਬੇਸ਼ੱਕ ਹਾਂ ਵੀ ਅਸੀਂ ਠੀਕ ਹਾਂ, ਲੇਕਿਨ ਹੈ ਅਸੀਂ ਬਿਮਾਰ ਹਾਂ। ਸੰਤਾਂ ਦੀ ਬਾਣੀ ਦੇ ਮੁਤਾਬਕ ਅਸੀਂ ਠੀਕ ਨਹੀਂ। ਨੈਣ ਨਾ ਦੇਖੇ ਸਾਜ਼ ਸੇ ਨੈਣ ਬਿਹਾਲੀਆ, ਉਹ ਅੱਖਾਂ ਕੱਢ ਦੇਣੀਆਂ ਚਾਹੀਦੀਆਂ ਜਿਹੜੀ ਸੰਤਾਂ ਦੇ ਸਾਧੂਆਂ ਦੇ ਦਰਸ਼ਨ ਨਹੀਂ ਕਰਦੀਆਂ। ਨੈਣ ਨਾ ਦੇਖੇ ਸਾਜ਼ ਸੇ ਨੈਣ ਬਿਹਾਲੀਆ, ਕਰਨ ਨਾ ਸੁਣੇ ਨਾਦ ਸੇ ਕਰਨ ਮਦਗਾਲੀਆ। ਅਗਰ ਇਹ ਕੰਨ ਸਾਡੇ ਉਹ ਨਾਦ ਨੂੰ ਨਹੀਂ ਸੁਣਦੇ, ਸ਼ਬਦ ਨੂੰ ਨਹੀਂ ਸੁਣਦੇ, ਇਹ ਕੰਨਾਂ ਵਿੱਚ ਸਿੱਕਾ ਘਾਲ ਕੇ ਪਾ ਦੇਣਾ ਚਾਹੀਦਾ, ਕਿਸੇ ਕੰਮ ਦੇ ਨਹੀਂ। ਰਸਨਾ ਨਾ ਜਪੇ ਨਾਮ ਸੋ ਤਿਲ ਤਿਲ ਕੱਟੀਏ, ਅਗਰ ਸਾਡੀ ਜ਼ਬਾਨ ਉਸ ਮਾਲਕ ਦਾ ਨਾਮ ਨਹੀਂ ਜਪਦੀ, ਇਹ ਤਿਲ ਤਿਲ ਕੱਟ ਦੇਣੀ ਚਾਹੀਦੀ ਹੈ। ਹਰਿਆ ਗੋਬਿੰਦ ਬਿਸਰੇ ਨਾਮ ਤਾਂ ਦਿਨੋਂ ਦਿਨ ਘਟੀਏ। ਸਾਡਾ ਦਿਨੋਂ ਦਿਨ ਘਟਦਾ ਜਾ ਰਿਹਾ, ਦਿਨੋਂ ਦਿਨ ਘਟਦਾ ਜਾ ਰਿਹਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਦੱਸ ਰਹੇ ਨੇ ਠੀਕ ਫਰਮਾ ਰਹੇ ਨੇ। ਹਾਂਜੀ, ਮੇਰੇ RAM ਰਾਏ ਨਿਬਦ ਮਿਲੇ ਗੁਸਾਈ, ਮੇਰੇ RAM ਰਾਏ ਨਿਬਦ ਮਿਲੇ ਗੁਸਾਈ। ਗੁਰੂ ਸਾਹਿਬ ਜੀ ਬਹੁਤ ਪਿਆਰ ਨਾਲ ਸਾਨੂੰ ਸਮਝਾ ਰਹੇ ਨੇ। ਜਿਹੜੀ ਮੈਂ ਤੁਹਾਨੂੰ ਵਿਧੀ ਦੱਸੀ ਹੈ, ਇਸੇ ਤਰੀਕੇ ਨਾਲ ਸਾਨੂੰ ਉਹ ਕੋਲ ਮਾਲਕ ਮਿਲ ਸਕਦਾ ਹੈ। ਮੇਰੇ RAM ਰਾਏ ਇਨ ਵਿਦ ਮਿਲੇ ਗੁਸਾਈ, ਸਾਰੇ ਸ਼ਬਦ ਵਿੱਚ ਉਹਨਾਂ ਨੇ ਦੱਸ ਦਿੱਤਾ ਕਿ ਤੁਹਾਨੂੰ ਕਿਸ ਤਰ੍ਹਾਂ ਉਹ ਮਾਲਕ ਮਿਲ ਸਕਦਾ ਹੈ। ਔਰ ਦੱਸ ਦਿੱਤਾ ਜੋ ਮੈਂ ਪਿੱਛੇ ਬਾਣੀ ਵਿੱਚ ਦੱਸ ਕੇ ਆਇਆ, ਜਿਤਨੇ ਸ਼ਬਦ ਪੜ੍ਹਿਆ ਗਿਆ, ਇਸ ਤਰ੍ਹਾਂ ਕਰੋਗੇ ਤੁਸੀਂ ਪੂਰੇ ਸਾਧੂਆਂ ਦੇ ਪਾਸ ਜਾਓਗੇ, ਉਹਨਾਂ ਦੇ ਕੋਲ ਕੁੰਜੀ ਹੈ, ਤੁਹਾਨੂੰ ਮਿਲ ਜਾਏਗੀ। ਜਿਤਨਾ ਜੇ ਅਸੀਂ ਉਹਨਾਂ ਪਾਸ ਨਹੀਂ ਜਾਂਦੇ, ਕੁੰਜੀ ਨਹੀਂ ਮਿਲਦੀ। ਤਾਂ ਗੁਰੂ ਸਾਹਿਬ ਜੀ ਦੱਸ ਰਹੇ ਨੇ, ਸ਼ਬਦ ਸਮਾਪਤ ਕਰ ਰਹੇ ਨੇ ਔਰ ਦੱਸ ਰਹੇ ਨੇ ਮੇਰੇ RAM ਰਾਏ ਇਨ ਵਿਦ ਮਿਲੇ ਗੁਸਾਈ। ਇਹ ਵਿਧੀ ਹੈ ਉਸ ਮਾਲਕ ਨੂੰ ਮਿਲਣ ਦੀ। ਹਾਂਜੀ, ਸਹਜ ਪਿਆ ਪਰਮ ਖਿਨ ਮੈਂ ਨਾਠਾ, ਮਿਲੇ ਜੋਤੀ ਜੋਤ ਸਮਾਈ। ਗੁਰੂ ਸਾਹਿਬ ਜੀ ਬਹੁਤ ਪਿਆਰ ਨਾਲ ਸਮਝਾ ਰਹੇ ਨੇ। ਆਖਰੀ ਤੁਕ ਵਿੱਚ ਸਾਨੂੰ ਦੱਸ ਰਹੇ ਨੇ, ਸਹਿਜ ਪਿਆ ਭਰਮ ਖਿਨ ਮੈਂ ਨਾਠਾ। ਸਹਿਜ ਨਾਮ ਸੱਚਖੰਡ ਦਾ ਹੈ। ਜਦੋਂ ਉਹ ਸਾਡੇ ਅੰਦਰ ਸਹਿਜ ਅਵਸਥਾ ਆ ਗਈ, ਇਹ ਭਰਮ ਜਿਹੜੇ ਸਾਨੂੰ ਲੱਗੇ ਹੋਏ ਆ, ਵੱਢ ਵੱਢ ਕੇ ਖਾ ਰਹੇ ਆ, ਖਿਨ ਮੈਂ ਨਾਠਾ, ਜਦੋਂ ਉਹ ਤਾਕਤ ਅੰਦਰ ਆ ਜਾਂਦੀ ਹੈ, ਫਿਰ ਇਹ ਸਾਡੇ ਅੰਦਰ ਸਾਰੇ ਭਰਮ ਦੂਰ ਹੋ ਜਾਂਦੇ ਆ, ਅਸੀਂ ਸੁਖੀ ਹੋ ਜਾਂਦੇ ਆ। ਜੋ ਗੁਰੂ ਸਾਹਿਬ ਜੀ ਬਾਣੀ ਵਿੱਚ ਦੱਸ ਰਹੇ ਆ, ਇਹ ਭਰਮ ਨੱਠ ਗਿਆ, ਮਿਲ ਜੋਤੀ ਜੋ ਸਮਾਈ। ਫਿਰ ਆਪਣੀ ਜੋਤ, ਜਿਸ ਜੋਤ ਤੋਂ ਅਸੀਂ ਵਿਛੜੇ ਸੀ, ਉਸੇ ਜੋਤ ਵਿੱਚ ਜਾ ਕੇ ਅਸੀਂ ਸਮਾ ਗਏ, ਸਤਿਪੁਰਸ਼ ਦੇ ਕੋਲ ਚਲੇ ਗਏ। ਉੱਥੋਂ ਅਸੀਂ ਆਇਆ, ਕਰੋੜਾਂ ਯੁੱਗ ਲੱਖਾਂ ਯੁੱਗ ਹੋ ਗਏ ਸਾਨੂੰ ਆਪਣੇ ਮਾਲਕ ਤੋਂ ਵਿਛੜਿਆ ਨਾ। ਕਦੋਂ ਸੁਖੀ ਹੋਵਾਂਗੇ ਅਸੀਂ? ਕਿਸੇ ਜਨਮ ਵਿੱਚ ਚਲੇ ਜਾਈਏ, ਕਿਸੇ ਜੂਨ ਵਿੱਚ ਚਲੇ ਜਾਈਏ, ਅਸੀਂ ਸੁਖੀ ਨਹੀਂ ਹੋ ਸਕਦੇ। ਬਾਹਰ ਦੇਖੋ, ਸਿਆਲ ਦਾ ਮੌਸਮ ਹੈ, ਬਾਹਰ ਦੇਖੋ ਰੁੱਖਾਂ ਤੇ ਟੰਗੇ ਆ ਪਰਿੰਦੇ, ਕੋਰਾ ਪੈਂਦਾ ਹੈ, ਕਿੰਨਾ ਬੁਰਾ ਹਾਲ ਹੈ ਉਹਨਾਂ ਦਾ। ਸਾਡੇ ਵਾਸਤੇ ਦੇਖੋ ਜਿਹੜਾ ਮਨੁੱਖਾ ਜਨਮ ਮਾਲਿਕ ਨੇ ਦਿੱਤਾ, ਕਿਤਨੇ ਸਾਧਨ ਨੇ ਸਾਡੇ ਪਾਸ। ਠੰਡ ਲੱਗਦੀ ਹੈ ਤੇ ਗਰਮ ਕੱਪੜੇ ਪਾ ਲੈਂਦੇ ਹਾਂ, ਅੱਗ ਸੇਕ ਲੈਂਦੇ ਹਾਂ। ਉਹਨਾਂ ਨੂੰ ਕੌਣ ਗਰਮ ਕੱਪੜੇ ਦਿੰਦਾ ਹੈ? ਜਿਹੜੇ ਰੁੱਖਾਂ ਤੇ ਬੈਠੇ ਆ, ਜਿਹੜੇ ਸੜਕਾਂ ਤੇ ਕੁੱਤੇ ਬਿੱਲੇ ਫਿਰ ਰਹੇ ਆ। ਬਾਰਿਸ਼ ਹੋ ਰਹੀ ਹੈ, ਕੋਈ ਘਰ ਵਿੱਚ ਨਹੀਂ ਵੜਨ ਦਿੰਦਾ। ਇਹ ਹੈ 84। ਇਹ ਭਰਮ ਹੈ ਸਾਰਾ। ਇਸ ਭਰਮ ਚੋਂ ਕਿਹਨੇ ਕੱਢਿਆ? ਸਤਿਗੁਰੂ ਨੇ ਕੱਢਿਆ। ਸਹਿਜ ਪਿਆ ਭਰਮ ਖਿਨ ਮੈਂ ਨਾਠਾ। ਫਿਰ ਅਸੀਂ ਇਹਨਾਂ ਦੇ ਜੰਮਣ ਮਰਨ ਤੋਂ ਆਜ਼ਾਦ ਹੋ ਜਾਂਦੇ ਹਾਂ ਔਰ ਆਪਣੇ ਦੇਸ਼ ਚਲੇ ਜਾਂਦੇ ਹਾਂ। ਉਹ ਦੇਸ਼ ਸਾਡਾ ਸਤਨਾਮ ਦੇਸ਼, ਸਤਨਾਮ ਸਮੁੰਦਰ ਦੇ ਕਤਰੇ ਹਾਂ। ਜਿਉਂ ਜਲ ਤਰੰਗ ਉਠੇ ਬਹੁ ਭਾਤੀ, ਫਿਰ ਸਲਲੇ ਸਲਲ ਸਮਾਇਂਦਾ। ਜਿਸ ਤਰ੍ਹਾਂ ਸਮੁੰਦਰ ਵਿੱਚੋਂ ਲਹਿਰ ਉੱਠਦੀ ਹੈ, ਫਿਰ ਸਮੁੰਦਰ ਵਿੱਚ ਸਮਾ ਜਾਂਦੀ ਹੈ। ਅਸੀਂ ਵੀ ਇਸੇ ਤਰ੍ਹਾਂ ਆਪਣੇ ਸਤਨਾਮ ਸਮੁੰਦਰ ਵਿੱਚ ਚਲੇ ਜਾਵਾਂਗੇ। ਸਾਡੀ ਸਦਾ ਵਾਸਤੇ ਮੁਕਤੀ ਹੋ ਜਾਏਗੀ। ਦੁਨੀਆ ਤੇ ਸਾਡਾ ਆਉਣਾ ਜਾਣਾ ਖਤਮ ਹੋ ਜਾਏਗਾ ਔਰ ਅਸੀਂ ਸਦਾ ਵਾਸਤੇ ਸੁਖੀ ਹੋ ਜਾਵਾਂਗੇ। ਜੋ ਗੁਰੂ ਸਾਹਿਬ ਨੇ ਸਮਝਾ ਰਹੇ ਨੇ ਸਾਨੂੰ ਬਾਣੀ ਦੁਆਰਾ, ਬਿਲਕੁਲ ਠੀਕ ਫਰਮਾ ਰਹੇ ਨੇ। ਹਾਂਜੀ, ਪਰਮ ਸਹਜ ਪਿਆ ਪਰਮ ਖਿਨ ਮੈਂ ਨਾਠਾ,